खंडा फेरिया चार चफेर तै धन्ने जट नूं तारिया गौवां लईयां ने पल्ले नाल छेड़ तै साधने कसाई नूं तारिया छुरी ना फड़ा ली फिर तैं कनका कंजरी तार ली पौरा पुंडा दोस्ती इक्को दोहां दी गूंज वाह पई ते जानिए केड़ा पौरा ते केड़ा पुंड। ਹੁਣ ਕੋਈ ਪੂਰਨ ਜਾਂ ਮਿਰਜ਼ੇ ਦੀ ਗੱਲ ਨਹੀਂ ਸੁਣਾਉਂਦਾ। ਹੁਣ ਤਾਂ ਨਵੀਆਂ ਤਰਜ਼ਾਂ ਨਵੇਂ ਗਾਇਕ ਨੇ। ਵਿਰਸੇ ਦੀ ਗਾਇਕੀ ਗਾਉਣ ਵਾਲੇ ਹੁਣ ਉਂਗਲਾਂ ਤੇ ਹੀ ਬਚੇ ਨੇ। ਕਦੇ ਪੇਂਡੂ ਖਾੜਿਆਂ 'ਚ ਸ਼ਾਣੀ ਕੌਲਾਂ, ਦਹੂਦ ਬਾਦਸ਼ਾਹ, ਨਲ ਦਮਯੰਤੀ, ਪੂਰਨ ਭਗਤ, ਰਾਜਾ ਭਰਥਰੀ, ਹੀਰ ਤੇ ਸੱਸੀ ਦੇ ਕਿੱਸੇ ਹੁੰਦੇ ਸਨ ਜੋ ਲੋਕ ਸਾਜ਼ਾਂ ਤੇ ਗਾਏ ਜਾਂਦੇ ਸਨ। ਮੇਲਿਆਂ ਦੇ ਉੱਤੇ ਅਸੀਂ 12 ਵਜੇ ਤੋਂ ਪਹਿਲਾਂ ਮਿਰਜ਼ੇ ਦਾ ਨਾਂ ਨਹੀਂ ਲੈਂਦੇ। ਕਦੇ ਸਾਰੰਗੀ ਦੇ ਵਿੱਚ ਅੰਗ ਵੀ ਨਹੀਂ ਭਰਿਆ ਉਹਦਾ। ਮਿਰਜ਼ਾ ਜਾਨੀ 12 ਵਜੇ ਤੋਂ ਪਹਿਲਾਂ ਨਹੀਂ ਗਾਉਣਾ। ਇਹ ਯੁੱਧ ਦਾ ਗਾਉਣਾ। ਵੇਲਾ ਆਪਣੀ ਤੋਰੇ ਅਗਾਹਾਂ ਪਲਾਂਘਾਂ ਪੁੱਟ ਰਿਹਾ ਏ ਤੇ ਵੇਲਾ ਬਦਲਣ ਨਾਲ ਹੁਣ ਪੁਰਾਣੇ ਗਮੰਤਰੀ ਵੀ ਨਜ਼ਰ ਨਹੀਂ ਆਉਂਦੇ। ਤੜਕੇ ਦਾ ਸੁਰ ਪੰਜਵੇਂ ਮੇਘ ਵਿੱਚ ਰੱਖ ਲਿਆ ਭਰ ਭਰ ਪੋਟੇ ਉਂਗਲਾਂ ਰਾਗ ਦੀਆਂ ਚਲਾਈਆਂ। ਕਿਰਤ ਇਹ ਸੀਗੀ, ਇਹਦੇ ਵਿੱਚ ਬਹੁਤ ਪੈਸਾ ਸੀਗਾ ਉਸ ਟਾਈਮ। ਸਾਨੂੰ ਜੇ ਖਾੜੇ ਦੇ ਵਿੱਚ 500 700 800 ਬਣ ਜਾਂਦਾ ਸੀ ਤਾਂ ਅਸੀਂ ਕਹਿੰਦੇ ਤੇ ਬੱਲਾ 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 ਬਹੁਤ ਰੁਪਈਏ ਬਣੇ ਉਸ ਟਾਈਮ। ਜੇ ਕੋਈ ਦੋ ਦੰਦਾ ਤੇ ਅਸੀਂ ਇੱਕ ਮੋੜਦੇ ਰਹੇ। 8 ਪੁੱਤਰਾਂ ਦੇ ਆਸ਼ਕ ਨੇ ਬੋਚ ਕੇ ਗਈਆਂ। ਮੈਨੂੰ ਕਹਿੰਦਾ ਲੈ ਬਈ 1 ਮਹੀਨੇ ਦੀਆਂ ਗਲੀਆਂ ਦੇ ਤੇ 1 ਮਹੀਨੇ ਦੇ ਵਿੱਚ ਯਾਦ ਕਰ ਲਾ। ਯਾਦ ਕਰਨੀਆਂ ਪੈਂਦੀਆਂ ਸੀ, ਰੱਟਣੀਆਂ ਪੈਂਦੀਆਂ ਸੀ, ਫੇਰ ਹੀ ਉਹ ਕਹਿੰਦੇ ਸੀ ਵੀ ਗਾਉਣ ਲਈ ਜਾ। ਹਾਂ ਫਿਰ ਕਾਪੀਆਂ ਨਾਲ ਨਹੀਂ ਫੜ ਕੇ ਗਾਉਣਾ। ਹਾਂ ਹਜੇ ਤਾਂ ਬਹੁਤੇ ਗਾਇਕ ਕਾਪੀ ਫੜੀ ਰੱਖਦੇ ਆ। ਸਾਡੇ ਕੋਲ ਨਹੀਂ ਕਾਪੀ ਹੁੰਦੀ, ਹੁਣ ਵੀ ਕਾਪੀ ਨਹੀਂ ਮੇਰੇ ਕੋਲ। ਉਹ ਤਾਂ ਅਸੀਂ ਵੇਖੀ ਆ ਬਈ ਉਹ ਕਹਿੰਦਾ ਵੀ ਇਹਨੂੰ 1 ਮਹੀਨੇ 'ਚ ਯਾਦ ਕਰ। ਮੈਂ ਕਿਹਾ ਜੀ ਜਿੱਦਣ ਯਾਦ ਹੋਗੀ ਮੈਂ ਆ ਜਾਵਾਂ। ਕਹਿੰਦਾ ਹਾਂ ਆ ਜੀ। ਆਪਾਂ ਤਾਂ ਜੀ ਦਿਨ ਰਾਤ ਕਰਤੀ, ਜਿਵੇਂ ਪਤਾ ਹੁੰਦਾ ਵੀ ਸਕੂਲ ਦੇ ਪੇਪਰ ਨੇ ਕੁੱਟ ਪਊਗੀ ਜੇ ਨਾ ਮੇਰੇ ਪੂਰੇ ਹੋਏ। ਮੈਂ ਤਾਂ ਚੌਥੇ ਦਿਨ ਨੂੰ ਤਿਆਰ ਕਰਤੀਆਂ। ਹਾਲੇ ਵੀ ਇੱਕ ਗਮੰਤਰੀ ਜਿਹਾ ਆ ਜੋ ਸਰੰਗੀ ਦੀਆਂ ਸੁਰਾਂ ਛੇੜਦਾ ਆ। ਹਾਲੇ ਵੀ ਉਹ ਪੂਰਨ ਭਗਤ ਦਾ ਕਿੱਸਾ ਗਾਉਂਦਾ ਆ। ਹਾਲੇ ਵੀ ਉਹ ਮਿਰਜ਼ਾ, ਸਾਹਿਬਾ, ਸੋਹਣੀ ਤੇ ਸੱਸੀ ਦੀ ਗੱਲ ਕਰਦਾ ਆ। ਗੱਲ ਕਹਿ ਲਈ ਜਾਵੇ ਤਾਂ ਉਸ ਦੀ ਸਰੰਗੀ ਮੇਲਿਆਂ ਮਾੜੀਆਂ ਤੇ ਰੌਣਕਾਂ ਲਾਉਂਦੀ ਹੈ। ਝੱਲ ਵਿੱਚ ਰਚਨਾ ਲੱਗ ਗਈ ਪਰੀਆਂ ਆਣ ਨਚਾਈਆਂ। ਬਾਕੀ ਅਸੀਂ ਕਦੇ ਮੈਕਾਂ ਤੇ ਨਹੀਂ ਗਾਇਆ। ਅਸੀਂ ਤਾਂ ਖੁੱਲਾ ਘੁੰਮ ਕੇ ਗਾਉਂਦੇ ਆ, ਗਾਉਂਦੇ ਵੀ ਆ, ਨਾਲ ਗੱਲਾਂ ਬਾਤਾਂ ਵੀ ਕਰੀ ਜਾਣੀਆਂ, ਸਮਝਾਈ ਜਾਣਾ। ਮੰਗਲ ਲਾ ਲਿਆ ਜੋਗੀ ਨੇ ਗੰਢਾਂ ਗੁਣਾਂ ਦੀਆਂ ਜਦ ਖੋਲ ਕੇ ਸੁਣਾਈਆਂ। ਸਰੰਗੀ, ਵੰਜਲੀ ਤੇ ਰਬਾਬ ਦੀ ਜਦੋਂ ਗੱਲ ਛਿੜਦੀ ਹੈ, ਜਦੋਂ ਇਸ ਦੀਆਂ ਤਰਬਾਂ ਦੀ ਗੱਲ ਛਿੜਦੀ ਹੈ ਤੇ ਮਨ ਦੇ ਕਿਸੇ ਕੋਨੇ ਦੇ ਵਿੱਚ ਬਹੁਤ ਸਾਰੀਆਂ ਤਰੰਗਾਂ ਛਿੜ ਜਾਂਦੀਆਂ ਨੇ। ਜਦੋਂ ਤਰੰਗਾਂ ਛਿੜਦੀਆਂ ਨੇ ਤਾਂ ਵਿਰਸੇ ਦੇ ਵਿੱਚ ਬਹੁਤ ਕੁਝ ਚੇਤਾ ਆਉਂਦਾ ਹੈ ਤੇ ਨਾਲ ਹੀ ਚੇਤੇ ਆਉਂਦੇ ਨੇ ਪਿੰਡ ਤੇ ਪਿੰਡਾਂ ਦਾ ਉਹ ਸੁੱਚਾ ਜਿਹਾ ਵਿਰਸਾ ਜਿਸ ਦੀਆਂ ਫਿਜ਼ਾਵਾਂ ਦੇ ਵਿੱਚ ਕਦੇ ਇਸ ਤਰੀਕੇ ਦੀਆਂ ਸੁਰਾਂ ਗੂੰਜਦੀਆਂ ਸਨ ਪਰ ਹੁਣ ਨਜ਼ਰ ਨਹੀਂ ਆਉਂਦੀਆਂ, ਵਿਸਾਰ ਦਿੱਤੀਆਂ ਗਈਆਂ ਨੇ। ਗੱਲ ਖੰਨੇ ਲਾਗੇ ਘੁੱਗਵਾਸ ਦੇ ਪਿੰਡ ਭਗੌਰ ਦੀ ਕਰਾਂ ਤਾਂ ਉੱਥੇ ਹਾਲੇ ਵੀ ਕੋਈ ਸਰੰਗੀ ਦੀਆਂ ਸੁਰਾਂ ਛੇੜਦਾ ਆ। ਖੌਰੇ ਹੋ ਸਕਦਾ ਹੈ ਕਿ ਉਹ ਸਰੰਗੀ ਦੀਆਂ ਸੁਰਾਂ ਮੈਨੂੰ ਇੱਥੇ ਖਿੱਚ ਕੇ ਲੈ ਗਈਆਂ ਹੁਣ ਤੇ ਮੈਂ ਸੋਚਿਆ ਕਿ ਚੱਲ ਕੇ ਕਿਉਂ ਨਾ ਗੱਲਬਾਤ ਕੀਤੀ ਜਾਵੇ ਉਸ ਸਰੰਗੀ ਵਾਦਕ ਨਾਲ ਜਿਹਦੀਆਂ ਸੁਰਾਂ ਨੇ ਵਾਕਿਆ ਹੀ ਇੱਕ ਗੱਲ ਛੇੜੀ ਹੈ ਤੇ ਅੱਜ ਅਸੀਂ ਵੀ ਗੱਲ ਛੇੜਦੇ ਹਾਂ ਉਹਨਾਂ ਦੀ ਸਰੰਗੀ ਦੀਆਂ ਸੁਰਾਂ ਦੀਆਂ। ਬਾਬਾ ਦਰਸ਼ਨ ਸਿੰਘ ਜੀ ਇਸ ਵਕਤ ਬੈਠੇ ਹੋਏ ਨੇ ਪਿੰਡ ਦੇ ਬਾਰ-ਬਾਰ ਝਿੜੀ ਦੇ ਵਿੱਚ, ਗੁੱਗਾ ਮੈੜੀ ਦੇ ਲਾਗੇ ਇਹ ਰੌਣਕਾਂ ਲੱਗਦੀਆਂ ਨੇ। ਇਹ ਪਿੰਡ ਇਹਨਾਂ ਰੌਣਕਾਂ ਨੂੰ ਮਾਣਦਾ ਆ ਤਾਂ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੁਹਾਨੂੰ। ਸਤਿ ਸ੍ਰੀ ਅਕਾਲ ਭਾਈ। ਹਾਂਜੀ, ਕੀ ਹਾਲ ਚਾਲ ਹੈ? ਬਹੁਤ ਠੀਕ ਹੈ ਭਾਈ।
ਸਰੰਗੀ ਦੀਆਂ ਸੁਰਾਂ ਛੇੜ ਕੇ ਅੱਜ ਵੀ ਕਹਿੰਦੇ ਪਿੰਡ ਰੌਣਕ ਲਾਈ ਬੈਠੇ ਹੋ, ਤੇ ਇਹ ਕਦੋਂ ਕਿ ਸਿੱਖੀ ਸੀਗੀ? ਕੀ ਚਾਅ ਸੀ ਇਹਨੂੰ ਸਿੱਖਣ ਦਾ ਮਨ ਦੇ ਵਿੱਚ ਕਿ ਮੈਂ ਗਾਉਣਾ ਆ ਕਿ ਵਜਾਉਣਾ ਆ? ਸਰੰਗੀ ਜੀ ਮੈਨੂੰ ਗਾਉਣ ਦਾ ਸ਼ੌਕ ਸੀ ਪਹਿਲਾਂ ਤੋਂ ਹੀ। ਬਚਪਨ ਤੋਂ ਮੈਨੂੰ ਗਾਉਣ ਕਰਨੀ ਨੂੰ ਜ਼ਿਆਦਾ ਮੇਰਾ ਦਿਮਾਗ ਰਿਹਾ। ਗਰੀਬੀ ਦੇ ਕਾਰਨ ਮੇਰੇ ਕੋਲੋਂ ਯਾਨੀ ਬਾਹਰ ਕਿਤੇ ਨਹੀਂ ਹੋਇਆ। ਉਸਤਾਦ ਮੇਰੇ ਦੇਸ ਰਾਜ ਲਚਕਾਣੀ ਵਾਲੇ ਪਟਿਆਲੇ ਦੇ ਬਿਲਕੁਲ 3 ਕਿਲੋਮੀਟਰ ਦੇ ਫਰਕ ਨਾਲ ਲਚਕਾਣੀ ਪਿੰਡ ਹੈ। ਦੇਸ ਰਾਜ ਮੇਰੇ ਉਸਤਾਦ ਨੇ, ਉਹਨਾਂ ਨੇ ਮੈਨੂੰ ਵਿੱਦਿਆ ਬਹੁਤ ਦਿੱਤੀ ਹੈ। ਕੋਈ ਉਹਨਾਂ ਨੇ ਮੇਰੇ ਕੋਲੋਂ ਲੁਕੋਇਆ ਨਹੀਂ। ਤੁਸੀਂ ਫਿਰ ਉੱਥੇ ਜਾਂਦੇ ਰਹੇ? ਹਾਂਜੀ, ਮੈਂ ਇੱਥੋਂ ਉੱਥੇ ਜਾਂਦਾ ਰਿਹਾ। ਉਹਨਾਂ ਦੇ ਨਾਲ ਕਣਕ ਵੀ ਵਢਾਉਂਦਾ ਰਿਹਾ। ਉਹ ਮੇਰੇ ਨਾਲ ਵੀ ਆ ਕੇ ਕੰਮ ਕਰਾਉਂਦੇ ਰਹੇ ਨੇ। ਇਹੀ ਜੀ ਗੱਲ ਨਹੀਂ ਹੈ। ਸਾਡਾ ਘਰ ਵਰਗਾ ਵਾਸਤਾ ਹੁਣ ਵੀ ਹੈ। ਪਰ 30 ਸਾਲ ਮੈਨੂੰ ਉਹਨਾਂ ਨਾਲੋਂ ਹਟੇ ਨੂੰ ਵੀ ਹੋ ਗਏ ਗਾਉਣ ਤੋਂ। 30 ਸਾਲ ਮੈਨੂੰ ਗਾਉਣ ਛੱਡੇ ਨੂੰ ਹੋ ਗਏ। ਆ ਤਾਂ ਹੁਣ ਦੁਬਾਰਾ ਮੈਂ ਤਾਂ ਇਹਦਾ ਘਰ ਬੈਠ ਕੇ ਆਪਣਾ ਮਾੜਾ ਮੋਟਾ ਮਨੋਰੰਜਨ ਕਰਦਾ ਹੁੰਦਾ ਸੀ। ਚਲੋ ਇੱਕ ਦਿਨ ਮੁੰਡੇ ਮੀਡੀਆ ਵਾਲੇ ਆ ਗਏ ਤੇ ਮੈਨੂੰ ਉਹਨਾਂ ਨੇ ਆ ਕੇ ਛੇੜਿਆ। ਮੇਰੇ ਕੋਲ ਇੱਕ ਟੁੱਟੀ ਜਿਹੀ ਸਤਾਰ ਪਈ ਸੀ ਪਹਿਲਾਂ, ਉਹ ਮੈਂ ਛੇੜੀ। ਚਲੋ ਮੈਂ ਉਹਦੇ ਨਾਲੇ ਕੰਮ ਸਾਰਦਾ ਰਿਹਾ। ਉਹ ਮੇਰੀ ਵੀਡੀਓ ਅਮਰੀਕਾ ਦੇ ਵਿੱਚ ਚਲੀ ਗਈ। ਅਮਰੀਕਾ ਦੇ ਵਿੱਚ ਸਰਦਾਰ ਮਨਿੰਦਰ ਸਿੰਘ ਨੇ, ਉਹਨਾਂ ਨੇ ਸੁਣ ਕੇ ਮੇਰੇ ਨਾਲ ਫੋਨ ਤੇ ਗੱਲਬਾਤ ਕਰੀ ਤੇ ਉਹਨਾਂ ਨੇ ਮੈਨੂੰ $100 ਭੇਜਿਆ। ਕਹਿੰਦੇ ਵੀ ਸਾਜ਼ ਨੂੰ ਸਮਰਾ, ਜਿਹੜਾ ਤੂੰ ਕਹਿੰਦਾ ਮੇਰੇ ਕੋਲ ਹੋਰ ਪਿਆ। ਆਹ ਸਾਜ਼ ਮੇਰੇ ਕੋਲ ਪਿਆ ਸੀ, ਮੇਰੇ ਉਸਤਾਦ ਜੀ ਨੇ ਦਿੱਤੇ ਨੇ ਸਾਜ਼। ਇਹ ਸਾਜ਼ ਵਧੀਆ ਹੈ, ਇਹਦੇ ਤੇ ਤਾਲ ਨਹੀਂ ਸੀ ਚੜਿਆ, ਹੋਰ ਕੋਈ ਕੀਲੀ ਕੂਲੀਆਂ ਵੀ ਨਹੀਂ ਤੀਆਂ। ਅੱਛਾ। ਉਹਨਾਂ ਦੀ ਬਦੌਲਤ ਨਾਲ, ਉਹਨਾਂ ਦੇ ਡਾਲਰਾਂ ਦੇ ਨਾਲ ਮੈਂ ਸਾਜ਼ ਤੇ 2500 ਰੁਪਈਆ ਲਾਤਾ। ਮੈਂ ਸਾਜ਼ ਤਿਆਰ ਕਰ ਲਿਆ। ਨਹੀਂ ਇਹ ਸਾਜ਼ ਨੇ ਕਿਹਨੇ ਚੱਕਣਾ ਦੀ, ਕਿਹਨੇ ਛੇੜਨਾ ਦੀ, ਜੇ ਉਹ ਨਾ ਕਰਦੇ ਮੈਂ ਇਹਨੂੰ ਸਮਰਾ ਨਹੀਂ ਸੀ ਸਕਦਾ। ਬਾਕੀ ਗੱਲਾਂ ਤਾਂ ਬਾਬਾ ਜੀ ਕਰਦੇ ਆ ਬਾਅਦ 'ਚ। ਤੇ ਮੈਂ ਚਾਹੂੰਗਾ ਵੀ ਸਾਡੇ ਜਿਹੜੇ ਦਰਸ਼ਕ ਵੇਖ ਰਹੇ ਆ ਉਹਨਾਂ ਨੂੰ ਕੋਈ ਗਾਉਣ ਵੀ ਜਿਹੜਾ ਆ ਉਹ ਸੁਣਾਇਆ ਜਾਵੇ ਇਸ ਸਰੰਗੀ ਦੇ ਉੱਤੇ। ਗਾਉਣ ਸੁਣਾਵਾਂਗੇ, ਗਾਉਣ ਬਥੇਰਾ ਆਪਣੇ ਕੋਲੇ। ਇਹ ਤੂੰ ਨਾ ਕਰੇ ਹੁਣ ਕਰੇ ਕਿਹੜਾ, ਇਹ ਸਵੇ ਜ਼ਰੂਰ ਨਾ ਮੇਰੀਆਂ ਨੂੰ। ਲੋਕੀ ਤੱਕਦੀ ਐ ਗੁਨਾਹ ਮੇਰੇ, ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਉਹ ਬੇਪਰਵਾਹੀਆਂ ਤੇਰੀਆਂ, ਤੂੰ ਡਾਡਾ ਉਹ ਸਖੀ ਬਲੇਰਾ, ਯਾਰਾ ਬਾਦ ਹਸਤੀ ਤਾਰਿਆ। ਜਿਹੜਾ ਲਿਆ ਤੰਦੂਏ ਨੇ ਘੇਰ, ਤੈ ਤੰਦ ਤੰਦੂਏ ਦੇ ਕੱਟ ਲੈ। ਖੰਡਾ ਫੇਰਿਆ ਚਾਰ ਚਫੇਰ, ਤੈ ਧੰਨੇ ਜੱਟ ਨੂੰ ਤਾਰਿਆ। ਗਊਆਂ ਲਈਆਂ ਨੇ ਪੱਲੇ ਨਾਲ ਛੇੜ, ਤੈਂ ਸਾਧਨੇ ਕਸਾਈ ਨੂੰ ਤਾਰਿਆ। ਓ ਛੁਰੀ ਨਾ ਫੜਾ ਲਈ ਫੇਰ, ਤੈਂ ਕਣਕਾ ਕੰਜਰੀ ਤਾਰ ਲਈ। ਜਿਹੜੀ ਜਪਦੀ ਸੰਜ ਸਵੇਰ, ਤੈਂ ਮਾਈ ਭੀਲਣੀ ਤਾਰ ਲਈ।
ਮੱਥੇ ਖਾਦੇ ਰਾਮ ਨੇ ਵੇਰ ਤੈ ਲੱਖਾਂ ਭਗਤਾਂ ਨੂੰ ਤਾਰਿਆ ਮੇਰੇ ਵਾਰੀ ਕਿਉਂ ਲਾਲੀ ਦੇਰ ਮੈਨੂੰ ਵੀ ਤਾਰ ਗਰੀਬ ਨੂੰ ਨਿਗਾਹ ਮਿਹਰ ਦੀ ਫੇਰ ਆਖੇ ਲੱਗ ਜਾ ਮੇਰੀਆਂ ਮੰਨ ਲੈ ਹੇ ਮਾਲਿਕ ਮੇਰਿਆ ਬਹੁਤ ਵਧੀਆ। ਰੂਹ ਨੂੰ ਖੇੜਾ ਇੱਕ ਵਾਰੀ ਆ ਗਿਆ, ਜ਼ਰੂਰ ਤੁਹਾਨੂੰ ਵੀ ਚੰਗਾ ਲੱਗਿਆ ਹੋਊਗਾ ਕਿ ਸਰੰਗੀ ਦੀਆਂ ਇਹਨਾਂ ਸੁਰਾਂ ਦੇ ਉੱਤੇ ਬਾਬਾ ਜੀ ਹੋਰਾਂ ਨੇ ਬਹੁਤ ਸੋਹਣਾ ਇੱਕ ਧਾਰਮਿਕ ਗੀਤ ਪੇਸ਼ ਕੀਤਾ। ਤੇ ਫਿਰ ਬਾਬਾ ਜੀ ਜਦੋਂ ਤੁਸੀਂ ਦੇਸ ਰਾਜ ਲਚਕਾਣੀ ਹੋਣਾ ਕੋਲ ਸਿੱਖਦੇ ਰਹੇ ਹੋ, ਫਿਰ ਇਹਨੂੰ ਕਿਰਤ ਨਹੀਂ ਬਣਾਇਆ ਕਿ ਕਿਰਤ ਕੋਈ ਹੋਰ ਕਰਦੇ ਸੀ? ਕਿਰਤ ਇਹ ਸੀਗੀ, ਇਹਦੇ ਵਿੱਚ ਬਹੁਤ ਪੈਸਾ ਸੀਗਾ ਉਸ ਟਾਈਮ। ਸਾਨੂੰ ਜੇ ਖਾੜੇ ਦੇ ਵਿੱਚ 500 700 800 ਬਣ ਜਾਂਦਾ ਸੀ ਤਾਂ ਅਸੀਂ ਕਹਿੰਦੇ ਤੇ ਬੱਲਾ 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 ਬਹੁਤ ਰੁਪਈਏ ਬਣ ਗਏ। ਉਸ ਟਾਈਮ ਜੇ ਕੋਈ 2 ਦੰਦਾਂ ਸੀ ਅਸੀਂ ਉਹਨੂੰ 1 ਮੋੜਦੇ ਰਹੇ ਆ। ਪਰ ਗੱਲ ਇਹ ਸੀ ਮੇਰੀ ਆਵਾਜ਼ ਖਰਾਬ ਹੋ ਗਈ 3 ਸਾਲ ਬਾਅਦ। ਅੱਛਾ, ਕੀ ਕਾਰਨ ਬਣ ਗਿਆ ਸੀ? ਕਿਤੇ ਦਾਰੂ ਦੂਰੂ ਪੀ ਲਈ, ਦਾਰੂ ਪੀਣ ਦੇ ਨਾਲ ਮੇਰੀ ਆਵਾਜ਼ ਖਰਾਬ ਹੋ ਗਈ। ਉਦੋਂ ਪਿੰਡੇ ਥਾਈ ਐ ਹੁੰਦਾ ਹੀ ਸੀਗਾ, ਚਲੋ ਮੇਲੇ ਤੇ ਗਏ ਆਥਣੇ ਗੱਲ ਵਿੱਚ ਬੈਠੇ ਸੀਗੇ, ਉੱਥੇ ਦਾਰੂ ਪੀ ਬੈਠੇ, ਗਾਉਂਦੇ ਗਾਉਂਦੇ ਦਾਰੂ ਪੀ ਲਈ, ਦਾਰੂ ਨਾਲ ਬੋਲ ਉੱਥੇ ਚੱਲਦੀ ਰਹੀ। ਉਦੋਂ ਬਾਅਦ ਆਵਾਜ਼ ਖਰਾਬ ਹੋ ਗਈ। ਤੇ ਫਿਰ ਉਹ ਉਦੋਂ ਬਾਅਦ ਫਿਰ ਜਿਹੜੀ ਕੰਮ ਕੀਤਾ ਉਹ ਕਿਹੜਾ ਕਰਿਆ ਤੁਸੀਂ? ਤਾਂ ਮੈਂ ਤਾਂ ਦਿਹਾੜੀ ਜੋਤਾ ਕਰਦਾ ਸੀ ਜਾਂ ਬੱਕਰੀਆਂ ਚਾਰੀਆਂ ਨੇ। ਆ ਬੱਕਰੀਆਂ ਮੈਂ ਰੱਖੀਆਂ ਨੇ 28 30 ਵੀ ਰਹੀਆਂ ਨੇ ਮੇਰੇ ਕੋਲੇ। ਹੁਣ ਤਾਂ 2-3 ਕ ਪਸ਼ੂ ਨੇ। ਇੱਥੇ ਗੇੜਾ ਗੂੜਾ ਦੀਵਾਲੀ ਦਾ ਕਦੇ ਕੱਖ ਵੱਢ ਕੇ ਲਿਜਾ ਕੇ ਪਾ ਦਿੰਦਾ। ਬਸ ਬੱਕਰੀਆਂ ਨਾਲ ਸ਼ੌਕ ਹੈ ਆਪਾਂ ਨੂੰ। ਨਹੀਂ ਤੇ ਜਦੋਂ ਫਿਰ ਇਦਾਂ ਆਵਾਜ਼ ਖਰਾਬ ਹੋ ਗਈ ਤੁਹਾਡੀ, ਤੁਹਾਨੂੰ ਫਿਰ ਮਨ 'ਚ ਕਿਤੇ ਮਹਿਸੂਸਿਆ ਨਹੀਂ ਗਿਆ ਵੀ ਆਹ ਕੀ ਬਣ ਗਿਆ ਮੇਰੇ ਨਾਲ? ਦੇਖੋ ਮੈਂ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਇਹ ਤਾਂ ਇੱਕ ਆਵਾਜ਼ ਖਰਾਬ ਹੋਈ ਆ, ਮੈਨੂੰ ਤਾਂ ਕੁਝ ਨਹੀਂ ਹੋਇਆ, ਨਹੀਂ ਗਾਉਣ ਹੋਇਆ। ਚਲੋ ਉਹਦੀ ਮੌਜ ਆ, ਮਾਲਕ ਨੇ ਨਹੀਂ ਕਰਾਇਆ ਨਾ ਸਹੀ। ਤਾਂ ਗੁਰੂ ਗੋਬਿੰਦ ਸਿੰਘ ਨੇ ਸਾਰਾ ਸਰਬੰਸ ਵਾਰ ਕੇ ਮਿੱਠਾ ਭਾਣਾ ਮੰਨਿਆ। ਮੈਂ ਤਾਂ ਇੱਕ ਆਵਾਜ਼ ਆ, ਉਹਨੂੰ ਕੀ ਗੱਲ ਹੈ? ਬਾਬਾ ਜੀ ਫਿਰ ਕਿਹੜੇ ਕਿੱਸੇ ਤੁਸੀਂ ਗਾਉਂਦੇ ਰਹੇ ਹੋ ਜਿਹੜੇ ਬਾਹਲੇ ਤੁਹਾਨੂੰ ਬੜਾ ਵਧੀਆ ਲੱਗਦੇ ਸੀ, ਤੇ ਜਦੋਂ ਤੁਸੀਂ ਗਾਉਣ ਜਾਂਦੇ ਸੀ ਤੇ ਲੋਕ ਕਹਿੰਦੇ ਸੀ ਬਈ ਆਹੀ ਸੁਣਾਓ? ਦੇਖੋ ਜੀ, ਜ਼ਿਆਦਾ ਸਾਡੇ ਟਾਈਮ ਦੇ ਵਿੱਚ ਗਾਉਣ ਤਾਂ ਹੁਣ ਵੀ ਉਹੀ ਚੱਲਦਾ ਹੈ, ਸਾਡੇ ਟਾਈਮ 'ਚ ਵੀ ਉਹੀ ਸੀ। ਪੂਰਨ ਹੀਰ, ਜਿਹੜਾ ਪੂਰਨ ਹੀਰ ਹੈ ਇਹ ਸਾਧੂਆਂ ਦੇ ਡੇਰਿਆਂ ਦੇ ਵਿੱਚ ਜਿੱਥੇ ਭੰਡਾਰੇ ਹੁੰਦੇ ਨੇ ਉੱਥੇ ਜ਼ਿਆਦਾ ਪੂਰਨ ਸੁਣਦੇ ਨੇ, ਵਿੱਚ ਹੀਰ ਵੀ ਸੁਣਦੇ ਨੇ। ਮੇਲਿਆਂ ਦੇ ਉੱਤੇ ਅਸੀਂ 12 ਵਜੇ ਤੋਂ ਪਹਿਲਾਂ ਮਿਰਜੇ ਦਾ ਨਾਂ ਨਹੀਂ ਲੈਂਦੇ। ਕਦੇ ਸਾਰੰਗੀ ਦੇ ਵਿੱਚ ਅੰਗ ਵੀ ਨਹੀਂ ਭਰਿਆ ਉਹਦਾ। ਅੱਛਾ, ਮਿਰਜ਼ਾ ਜਾਨੀ 12 ਵਜੇ ਤੋਂ ਪਹਿਲਾਂ ਨਹੀਂ ਗਾਉਣਾ? ਨਹੀਂ ਗਾਉਣਾ, ਇਹ ਯੁੱਧ ਦਾ ਗਾਉਣਾ ਹੈ। ਤੇ ਅਸੀਂ ਹੀਰ ਗਾਉਣੀ, ਕੌਲਾਂ ਗਾਉਣੀ, ਪੂਰਨ ਗਾਉਣਾ। ਤੇ ਦੁਪਹਿਰ ਤੋਂ ਬਾਅਦ ਫਿਰ ਲੋਕ ਦਾਰੂਆਂ ਦੂਰੂਆਂ ਵੀ ਪੀ ਲੈਂਦੇ ਨੇ। ਫਿਰ ਸਾਡਾ ਵੀ ਕੁਝ ਬਣ ਜਾਂਦਾ ਸੀ, ਅਸੀਂ ਫਿਰ ਮਿਰਜ਼ਾ ਛੇੜਨਾ। ਅੱਛਾ, ਉਸ ਤੋਂ ਬਾਅਦ ਛੇੜਦੇ ਸੀ? ਹਾਂ, 12 ਵਜੇ ਤੋਂ ਬਾਅਦ ਫਿਰ ਮਿਰਜ਼ਾ ਛੇੜਨਾ। ਫਿਰ ਸ਼ਰਾਬੀਆਂ ਨੇ ਨੋਟ ਸਿੱਟਣੇ ਨੇ, ਫਿਰ ਭਗਾ ਮਾਰਨੇ ਮਿਰਜ਼ੇ ਦੇ ਗਾਉਣ ਦੇ ਉੱਤੇ। ਅੱਛਾ, ਇੰਨਾ ਜ਼ਿਆਦਾ ਸ਼ੌਕੀਨ ਸੀਗੀ? ਮਿਰਜ਼ੇ ਦੇ ਗਾਉਣ ਦੇ ਵਿੱਚ ਇੰਨਾ ਸ਼ਰਾਬੀਆਂ ਨੂੰ ਵਧੀਆ ਲੱਗਦਾ ਹੁੰਦਾ ਹੈ। ਤਾਂ ਉਹ ਵੀ ਗਾਉਣ ਦੇ ਵਿੱਚ ਧਾਰਮਿਕ ਗੱਲਾਂ ਉਹਦੇ ਵਿੱਚ ਵੀ ਬਹੁਤ ਨੇ। ਠੀਕ ਹੈ, ਮਿਰਜ਼ਾ ਹੋਇਆ, ਸੂਰਮਾ ਵੀ ਹੋਇਆ, ਉਹਨੇ ਗਲਤ ਕੰਮ ਵੀ ਕੀਤਾ, ਆਪਾਂ ਮੰਨਦੇ ਹਾਂ ਕਿ ਉਹਦੇ ਮਾਮੇ ਦੀ ਉਹ ਕੁੜੀ ਦੀ, ਉਹ ਜਿਹੜੀ ਬਿਲਕੁਲ ਸਾਹਿਬਾ। ਹਾਂ, ਉਹਦੇ ਮਾਮੇ ਦੀ ਕੁੜੀ ਤੀ। ਬਈ ਇਹ ਮੁਸਲਮਾਨ ਤੇ ਇਹਨਾਂ ਦੇ ਤਾਂ ਇੱਕ ਦੁੱਧ ਹੀ, ਹੁਣ ਵੀ ਉਹੀ ਕੁਛ ਹੈ, ਜਦ ਵੀ ਉਹੀ ਤੀ। ਪਰ ਗੱਲ ਆ ਵੀ ਉਸ ਵੇਲੇ ਦੇ ਸਮਾਜ 'ਚ ਗੱਲ ਤਾਂ ਉਹ ਧੀ ਦੀ ਆ ਜਾਂਦੀ ਨੇ ਵੀ ਆਪਦੀ ਰਿਸ਼ਤੇਦਾਰੀ ਨੇੜਲੀ ਸੀ। ਹਾਂ, ਯਾਨੀ ਅਸੀਂ ਇਸੇ ਕਰਕੇ ਉਹਦਾ ਗਾਉਣ ਨਹੀਂ 12 ਤੋਂ ਪਹਿਲਾਂ ਛੇੜਦੇ। ਅੱਛਾ, ਇਹ ਵੀ ਵਜ੍ਹਾ ਹੈ? ਹਾਂ, ਇਹ ਵਜ੍ਹਾ ਹੈ ਇੱਕ। ਦੇਸ ਰਾਜ ਲਚਕਾਣੀ ਜੀ ਹੋਰਾਂ ਦੀ ਗੱਲ ਕਰੀਏ, ਉਹ ਇੱਕ ਵੱਡਾ ਨਾਮ ਸੀ ਗੁਮੰਤਰੀਆਂ ਦੇ ਵਿੱਚ। ਮਾਣ ਮਹਿਸੂਸ ਹੁੰਦਾ ਹੈ? ਹਾਂ ਜੀ, ਹਾਂ, ਬਹੁਤ ਜ਼ਿਆਦਾ। ਉਹ ਮੇਰਾ ਬਾਪ ਹੈ। ਤੇ ਉਹਨਾਂ ਨਾਲ ਫਿਰ ਕਿੱਥੇ ਤੱਕ ਖਾੜੇ ਪੰਜਾਬ 'ਚ ਲਾਏ ਆ? ਮਾਲਵੇ 'ਚ ਬੌਲੇ ਮੇਲਿਆਂ ਮਸਾਬਿਆਂ 'ਚ ਲਾਏ ਕਿ ਕਿਤੇ ਹੋਰ? ਮੇਲਿਆਂ ਮਸਾਬਿਆਂ ਤੇ ਹੀ ਲੱਗੇ ਨੇ। ਹਾਂ, ਮੇਲਿਆਂ ਮਸਾਬਿਆਂ 'ਚ ਲਾਏ ਨੇ। ਤੁਹਾਡੇ ਤੇ ਇੱਧਰ ਜਿਵੇਂ ਹੁਣ ਜਰਗ ਦਾ ਮੇਲਾ ਹੋ ਗਿਆ, ਛਪਾਰ ਦਾ ਮੇਲਾ ਹੋ ਤੇ ਗਿਆ। ਵੀ ਲਾਇਆ। ਛਪਾਰ ਨਹੀਂ ਮੈਂ ਕਦੇ ਗਿਆ। ਅਸੀਂ ਜਰਗ ਦਾ ਮੇਲਾ ਲਾਇਆ। ਆਮ ਸਾਧੂਆਂ ਸੰਤਾਂ ਦੇ ਡੇਰਿਆਂ ਦੇ ਵਿੱਚ ਚੱਲਦੇ ਹੀ ਰਹਿੰਦੇ ਸੀ। ਹਾਂ ਅੱਛਾ, ਉਹ ਸਾਧੂ ਫਕੀਰ ਜਿਹੜੇ ਸੀ ਉਹ ਸਾਦੇ ਰਹਿੰਦੇ ਸੀਗੇ ਵੀ ਆਓ ਸਾਨੂੰ ਇਹ ਗਾਉਣ ਵੀ ਸੁਣਾਓ? ਹਾਂ, ਉੱਥੇ ਪੂਰਨ ਚੱਲਦਾ ਸੀ। ਪੂਰਨ ਦਾ ਗਾਉਣ ਬਹੁਤ ਧਾਰਮਿਕ ਗਾਉਣਾ, ਸਾਧੂਆਂ ਮਹਾਤਮਾ ਦਾ ਗਾਉਣਾ ਹੈ। ਦੇਖੋ, ਸੰਤ ਮਹਾਤਮਾ ਦੀ ਇੱਕ ਮੌਜ ਹੁੰਦੀ ਹੈ। ਆਮ ਲੋਕ ਤਾਂ ਚਲੋ ਸੁਣਦੇ ਆ ਵੀ ਆਹ ਵੀ ਲਾ ਦੇ, ਆਹ ਵੀ ਲਾ ਦੇ, ਤੇ ਪਰ ਉਹਨਾਂ ਦੀ ਖਾਸ ਇਹੀ ਗੱਲ ਹੁੰਦੀ ਸੀ ਵੀ ਪੂਰਨ ਭਗਤ ਛਾਣੀ ਕੌਲਾਂ ਦੂਧਵਾ। ਹਾਂ, ਉਹ ਸਾਧ ਹੈ।
ਪੂਰਨ ਸਾਧ ਹੋਇਆ, ਗੋਰਖ ਸਾਧ ਹੋਇਆ। ਸਾਧੂਆਂ ਨੂੰ ਸਾਧਾਂ ਦੀਆਂ ਗੱਲਾਂ ਪਿਆਰੀਆਂ ਲੱਗਦੀਆਂ ਨੇ। ਤੇ ਫਿਰ ਮੇਰਾ ਇਹ ਹੁਣ ਬੇਨਤੀ ਹੈ ਵੀ ਇੱਕ ਵਾਰੀ ਹੁਣ ਪੂਰਨ ਜ਼ਰੂਰ ਸੁਣਾਇਆ ਜਾਵੇ। ਹਾਂਜੀ ਜ਼ਰੂਰ ਪੂਰਨ ਦਿਓ ਕਲੀ ਸੁਣਾਵਾਂ। ਗੁਰੂ ਗੋਰਖਨਾਥ ਜੀ ਕੌਰੂ ਦੇਸਾਂ ਦੇ ਵਿੱਚੋਂ 1200 ਚੇਲੇ ਨੂੰ ਇੱਕ ਸੁੰਦਰਨੀ ਫਕੀਰਨੀ ਕੋਲੋਂ ਛਡਾ ਕੇ ਵਾਪਸ ਮੁੜ ਕੇ ਆਉਂਦੇ ਨੇ, ਜਿੱਥੇ ਪੂਰਨ ਨੂੰ ਇੱਕ ਜੰਡ ਦੀ ਲੱਕੜ ਜਲਦੀ ਫੜਾ ਕੇ ਗਏ ਤੇ ਉਹ ਲੱਕੜ ਨੇ ਲਗਰਾ ਛੱਡੀਆਂ। ਜਦ ਨੂੰ 12 ਸਾਲ ਬਾਅਦ ਗੋਰਖ ਮੁੜ ਕੇ ਆਉਂਦਾ, ਉਹ ਜੰਡ ਸੁੱਕ ਗਏ, ਪੂਰਨ ਦੇ ਉੱਤੇ ਬਿਰਮੀ ਜੰਮ ਗਈ। ਉਸ ਜੰਗਲ ਦੇ ਵਿੱਚ ਮੁੜ ਕੇ ਸਾਧੂ ਆਉਂਦੇ ਨੇ। ਇੱਕ ਸਾਧੂ ਆਪਣੇ ਗੁਰੂ ਦੀ ਸਿਫਤ ਕਰਦੇ ਨੇ, ਗੁਰੂ ਹੋਵੇ ਤਾਂ ਇਹੋ ਜਿਹਾ ਹੀ ਹੋਵੇ। ਉਹ ਬਾਬੇ ਨੇ ਬਾਜੀ ਜਿੱਤਾ ਲਈ, ਹੋ ਜਾਗੇ ਅਕਲ ਬਖਸ਼ੇ ਸਾ, ਉਹ ਨਰਦਾਂ ਡਾਲਣੇ ਚੱਕ ਲੈ। ਪਾਸਾ ਲਿਆ ਹਿਲ ਬੇਟਾ, ਨਾਰ ਨਾਰ ਕੌਰੂ ਦਾ ਜਿੱਤਿਆ। ਪੂਰਾ ਜਿੱਤ ਲਿਆ ਬਗਾਨਾ ਦੇਸ, ਫਿਰ ਕਰੇ ਮੁਹਾਣੇ ਬਦਨ ਨੂੰ। ਮੋਢੇ ਧਰ ਲੈ ਪੂਰੇ ਖੇਸ, ਨਾਲੇ 1200 ਜੋਗਣ ਜਿੱਤ ਲਈ। ਜਿਹਦੇ ਗਲ ਵਿੱਚ ਖੁੱਲੇ ਕੇਸ, ਫਿਰ ਕਰੇ ਮੁਹਾਣੇ ਬਦਨ ਨੂੰ। ਮੋਢੇ ਧਰ ਲੈ ਪੂਰੇ ਖੇਸ, ਜੋਗੀ ਕਈ ਹੋਏ ਦਿਨਾਂ ਵਿੱਚ ਉੱਪੜੇ। ਪੈਂਡਾ ਕਰਨਾ ਵੇਸ, ਜੋਗੀ ਉਸ ਬਣ ਦੇ ਵਿੱਚ ਆ ਵੜੇ। ਬੈਠਾ ਜਿਸ ਮਨ ਮੇਘ ਦਰਵੇਸ਼, ਫਿਰ ਮਾਰਿਆ ਕੁਹਾੜਾ ਜੰਡ ਨੂੰ। ਵਿੱਚੋਂ ਆਈ ਆਵਾਜ਼ ਉਪਦੇਸ਼, ਜੋਗੀ ਸਿੱਟ ਕੇ ਕੁਹਾੜੇ ਦੌੜ ਗਏ। ਜਾ ਕੇ ਹੋ ਗਏ ਗੁਰੂ ਦੇ ਪੇਸ਼, ਬਾਬਾ ਬਿਰਮੀ ਵਿੱਚ ਸਰਾਲ ਹੈ। ਜਾ ਬੈਠਾ ਬਿਰਮੀ ਵਿੱਚ ਸੇਸ, ਸਾਡੀਆਂ ਲਿਆ ਦੇ ਕੁਹਾੜੇ ਯਾਰੀਆਂ। ਅਸੀਂ ਫਸ ਗਏ ਕਪੱਤੜੀ ਇਸ। ਵਾਹ ਬਾਬਾ ਜੀ ਜੀ। ਇਹ ਗਾਉਣ ਹੈ 3 ਬੰਦਿਆਂ ਦਾ।
ਸੋ ਬਹੁਤ ਵਧੀਆ ਇਹ ਗੀਤ ਜਿਹੜਾ ਬਾਬਾ ਜੀ ਨੇ ਗਾਇਆ, ਕਿੱਸਾ ਪੂਰਨ ਭਗਤ। ਜਦੋਂ ਲੋਕ ਕਿੱਸਿਆਂ ਦੀ ਗੱਲ ਆਉਂਦੀ ਆ ਤਾਂ ਲੋਕ ਕਿੱਸਿਆਂ ਵਿੱਚ ਅਜਿਹਾ ਕੁਝ ਪਿਆ ਆ ਪੰਜਾਬ ਦੇ ਵਿੱਚ ਜਿਹੜੇ ਸਦੀਆਂ ਤੋਂ ਹੀ ਗੁਮੰਤਰੀ ਗਾਉਂਦੇ ਆ ਰਹੇ ਆ। ਗੱਲ ਜਦੋਂ ਪੂਰਨ ਭਗਤ ਸ਼ਾਣੀ ਕੌਲਾਂ ਦੀ ਆਉਂਦੀ ਆ, ਦਹੂਦ ਬਾਦਸ਼ਾਹ ਦੀ ਆਉਂਦੀ ਆ, ਉਸ ਤੋਂ ਬਾਅਦ ਜਿਹੜੇ ਇਸ਼ਕੀਆ ਕਿੱਸੇ ਉਹਦੇ ਵਿੱਚ ਮਿਰਜ਼ਾ ਸਾਹਿਬ ਦੀ ਗੱਲ ਆਉਂਦੀ ਆ, ਸੱਸੀ ਦੀ ਗੱਲ ਆਉਂਦੀ ਆ, ਤੇ ਆਮ ਸਾਡੇ ਮੇਲਿਆਂ ਮਸਾਬਿਆਂ ਦੇ ਉੱਤੇ ਇਹ ਗਾਏ ਜਾਂਦੇ ਸੀਗੇ। ਤੇ ਬਾਬਾ ਜੀ ਫਿਰ ਜੇ ਆਪਾਂ ਗੱਲ ਕਰੀਏ ਇਸ ਸਰੰਗੀ ਦੇ ਬਾਰੇ ਵਿੱਚ, ਇਹ ਸਰੰਗੀ ਕਿਹੜੀ ਲੱਕੜ ਦੀ ਬਣਦੀ ਹੈ ਤੇ ਇਹ ਜਿਹੜੀਆਂ ਤਾਰਾਂ ਇਹ ਫਿਰ ਕਾਸ ਦੀਆਂ ਹੁੰਦੀਆਂ ਆ, ਇਸ ਬਾਰੇ ਜ਼ਰੂਰ ਜਰਾ ਦੱਸੋ ਦਰਸ਼ਕਾਂ ਨੂੰ। ਇਹ ਜਿਹੜੀਆਂ ਜੀ ਆਏ 3 ਤੰਦਾਂ ਨੇ, ਇਹ ਹੁੰਦੀਆਂ ਤਾਂ ਤੰਦਾਂ ਜਿਹੜੀਆਂ ਨਾਲ ਰਜਾਈਆਂ ਭਰਦੇ ਹੁੰਦੇ ਤੇ ਤਾੜਿਆਂ ਨਾਲ ਉਹ ਹੁੰਦੀ ਹੈ, ਪਰ ਇਹ ਹੁਣ ਉਹ ਮਿਲ ਨਹੀਂ ਰਹੀ, ਰਜਾਈਆਂ ਬੰਦ ਹੋ ਗਈਆਂ, ਉਹ ਦਿੰਦੇ ਨੇ ਮਹਿੰਗੀ। ਹੁਣ ਇਹ ਪਲਾਸਟਿਕ ਦੀਆਂ ਤਾਰਾਂ ਚੱਲ ਪਈਆਂ, ਇਹ ਪਾਉਂਦੇ ਆ। ਇਹਦੇ ਨਾਲ ਕੋਈ ਸੁਰ ਦਾ ਫਰਕ ਨਹੀਂ ਪੈਂਦਾ? ਨਾ, ਕੋਈ ਫਰਕ ਨਹੀਂ ਪੈਂਦਾ। ਇਹਦਾ ਇੰਨਾ ਵੀ ਫਾਇਦਾ ਹੈ ਵੀ ਇਹਨੂੰ ਸਲਾਬ ਵੀ ਨਹੀਂ ਹੁੰਦੀ। ਅੱਛਾ, ਤੇ ਫਿਰ ਇਹ ਜਿਹੜੀ ਲੱਕੜ ਵਰਤੀ ਗਈ ਹੈ ਇਹ ਕਾਹਦੀ ਹੈ? ਲੱਕੜ ਜੀ ਵਿੱਚ ਟਾਲੀ ਦੀ ਵੀ ਵਰਤ ਲੈਂਦੇ ਨੇ, ਵਧੀਆ ਲਾਲੀ ਟਾਲੀ ਹੋਵੇ। ਨਹੀਂ, ਇਹ ਲੱਕੜ ਹੈ ਜਿਹੜੀ ਇਹ ਤੁਣ ਦੀ ਹੈ। ਸਰੰਗ ਤੁਣ ਕੋਈ ਰੁੱਖ ਸੀ? ਹਾਂ ਜੀ, ਤੁਣ ਦੇ ਸਾਜ਼ ਇਹ ਤੁਣ ਦੇ ਬਣਦੇ ਨੇ ਅਸਲੀ। ਅੱਛਾ, ਸਾਜ਼ ਤੁਣ ਦੇ ਬਣਦੇ। ਹਾਂ ਜੀ, ਤੁਣ ਬਹੁਤ ਵਧੀਆ ਚੀਜ਼ ਹੈ। ਕਿਉਂਕਿ ਮੈਂ ਵੀ ਹੈਰਾਨੀ ਪ੍ਰਗਟ ਕੀਤੀ, ਹੁਣ ਦੀ ਪੀੜ੍ਹੀ ਨੂੰ ਤਾਂ ਉਹੀ ਨਹੀਂ ਪਤਾ ਵੀ ਤੁਣ ਕੋਈ ਰੁੱਖ ਵੀ ਸੀਗਾ। ਹਾਂ ਜੀ, ਤੁਣ ਰਾਜਸਥਾਨ 'ਚ ਅਜੇ ਵੀ ਖੜੀ ਹੈ, ਆਪਣੇ ਬੀਕਾਨੇਰ ਵਾਲੀ ਸੜਕ ਜਿਹੜੀ ਜਾਂਦੀ ਹੈ ਰਾਜਗੜ੍ਹ ਤੋਂ ਬੀਕਾਨੇਰ ਨੂੰ, ਉਹਦੇ ਤੇ ਤੁਣ ਬਹੁਤ ਖੜੀ ਹੈ। ਅੱਛਾ, ਜਿਹੜੇ ਆਪਣੇ ਇੱਧਰ ਇਲਾਕਿਆਂ 'ਚ ਇਹ ਰੁੱਖ ਨਹੀਂ ਮਿਲਦਾ? ਹੈਗੇ ਨੇ ਆਪਣੇ ਵੀ, ਆਪਣੇ ਹੈਗੇ ਨੇ। ਹੁਣ ਕਿਤੇ ਵਿਰਲਾ ਟਾਵਾਂ 'ਚ ਪਛਾਣ ਹੀ ਨਹੀਂ ਹੈਗੀ। ਹਾਂ, ਵਿਰਲੇ ਵਿਰਲੇ ਹੀ ਨੇ। ਤੇ ਉਸ ਤੋਂ ਬਾਅਦ ਫਿਰ ਜਿਹੜੀ ਉਹ ਹੱਥਾ ਆ ਉਹਦੇ ਵਿੱਚ ਜਿਹੜੀ ਤਾਰ, ਕੀ ਇਹਨੂੰ ਕਹਾਂਗੇ, ਤਾਰ ਕੀ ਸੀ, ਗਜ ਜਿਹੜਾ ਫੇਰੀਆਂ ਨੇ? ਕਹਿੰਦੇ ਜੀ ਆਪਾਂ ਗਜ, ਇਹ ਗਜ ਹੈ। ਇਹ ਹੁਣ ਜਿਹੜਾ ਗਜ ਹੈ ਇਹ ਤਾਂ ਲੱਗਦਾ ਤਾਂ ਡੱਕਾ ਹੀ ਹੈ ਨਾ, ਪਰ ਇਹਦੀ ਕੀਮਤ ਅੱਜ 1000 ਰੁਪਏ ਹੈ, ਘੁੰਗਰੂਆਂ ਤੋਂ ਬਿਨਾ। ਅੱਛਾ, ਘੁੰਗਰੂਆਂ ਤੋਂ ਬਿਨਾ? ਹਾਂ, ਕੱਲਾ ਇੱਕ ਘੁੰਗਰੂ 10 ਰੁਪਏ ਦਾ, ਇਹਦੇ ਚ 19 ਘੁੰਗਰੂ ਲੱਗੇ ਨੇ, 190 ਰੁਪਏ ਦੇ ਘੁੰਗਰੂ ਨੇ। ਯਾਨੀ ਗਜ ਦੇ ਉੱਤੇ ਘੁੰਗਰੂ ਬੰਨਣੇ ਜ਼ਰੂਰੀ ਹੈ? ਇਹ ਜੀ ਜ਼ਰੂਰੀ ਹੈ। ਅੱਛਾ, ਤਾਂ ਸਾਜ ਦਾ ਜਿਹੜਾ ਲਚਕ ਬਣੂਗੀ। ਲਚਕ ਦਾ ਜਿਹੜੀ ਬਣੂ ਇਹਦਾ ਨਾਲ ਆਹ ਚੀਜ਼ ਬਣਦੀ ਹੈ। ਢੱਡ ਦੇ ਨਾਲ ਜਦੋਂ ਇਹਦੇ ਨਾਲ ਢੱਡ ਵੱਜਦੀ ਹੁੰਦੀ, ਢੱਡ ਵੱਜਦੀ, ਹਾਂਜੀ ਬਿਲਕੁਲ। ਢੱਡ ਦੇ ਨਾਲ ਇਹਨੇ ਦਮ ਦੇਣਾ, ਗੱਲ ਜਦ ਬਣਨੀ ਹੈ। ਉਹਦੇ ਨਾਲ ਫਿਰ ਜਿਹੜੀ ਸੋਰ ਆ ਉੱਭਰ ਕੇ ਆਉਂਦੀ ਹੈ। ਉੱਭਰ ਕੇ ਆਉਂਦੀ ਹੈ। ਹਾਂਜੀ, ਇੱਕ ਵੇਲਾ ਸੀਗਾ, ਤੁਸੀਂ ਆਪਦੇ ਬਚਪਨ 'ਚ ਵੀ ਵੇਖਿਆ, ਜਦੋਂ ਤੁਸੀਂ ਦੇਸ ਰਾਜ ਜੀ ਦੇ ਨਾਲ ਮੰਤਰੀ ਵਜੋਂ ਵੀ ਜਾਂਦੇ ਰਹੇ ਹੋ, ਸਿੱਖਦੇ ਵੀ ਰਹੇ ਹੋ। ਚੱਕਰ ਵਿਧੀ ਤਰੀਕਾ ਹੁੰਦਾ ਸੀ ਵੀ ਚੱਕਰ ਵਿੱਚ ਘੁੰਮ ਕੇ ਗਾਇਕੀ ਕਰਨਾ। ਇੱਧਰ ਮਾਲਵੇ ਦੇ ਇਲਾਕੇ ਦੀ ਆਪਾਂ ਗੱਲ ਕਰ ਲਈਏ, ਸੰਗਰੂਰ ਦਾ ਇਲਾਕਾ ਹੋ ਗਿਆ, ਤੁਹਾਡਾ ਇੱਧਰਲਾ ਪਟਿਆਲੇ ਦੇ ਇਹਨਾਂ ਪਿੰਡਾਂ ਦਾ ਇਲਾਕਾ ਹੋ ਗਿਆ, ਹੈ ਨਾ। ਤੇ ਹਜੇ ਵੀ ਉਹ ਜਿਹੜੀ ਘੁੰਮ ਕੇ ਗਾਉਣ ਵਾਲੀ ਅਜੇ ਵੀ ਉਹੀ ਚੱਲਦਾ ਜੀ। ਦੇਖੋ ਹੁਣ ਅੱਜ ਕੱਲ ਦੇ ਜਿਹੜੇ ਗਾਇਕ ਹੈ, ਚਾਹੇ ਕੋਈ ਬੜਾ ਚਾਹੇ ਕੋਈ ਛੋਟਾ, ਉਹ ਤਾਂ ਚੌਂਕੜੀਆਂ ਤੇ ਉੱਚੇ ਥਾਂ ਖੜਦੇ ਨੇ। ਦੁਨੀਆ ਜਿਹੜੇ ਆਪਣੇ ਦਰਸ਼ਕ ਨੇ ਉਹ ਥੱਲੇ ਬੈਠੇ ਨੇ। ਸਾਡੇ ਵਾਲਾ ਜਿਹੜਾ ਗਾਉਣਾ, ਅਸੀਂ ਥੱਲੇ ਹੋਵਾਂਗੇ, ਗਾਉਂਦੇ ਹੋਵਾਂਗੇ ਗੇੜੇ 'ਚ, ਜਿਹੜੇ ਸਾਡੇ ਦਰਸ਼ਕ ਨੇ ਉੱਚੇ ਥਾਂ ਬੈਠੇ ਹੁੰਦੇ ਨੇ। ਹਾਂ, ਮੈਂ ਇਹ ਇੱਧਰ ਹੀ ਦੇਖਿਆ ਨਾ ਵੀ ਇਦਾਂ ਕਰਕੇ ਘੁੰਮ ਕੇ ਉਹ ਗਾਉਂਦੇ ਸੀਗੇ। ਮਤਲਬ ਹੁਣ ਵੀ ਜਿਹੜੇ ਕੋਈ ਮੇਲਾ ਲੱਗਦਾ ਉੱਥੇ ਫਿਰ ਇਦਾਂ ਹੀ ਗਾਉਂਦੇ ਆ? ਉਦਾਂ ਹੀ ਆ ਜਿੱਥੇ ਮੇਲੇ ਨੇ, ਹੁਣ ਇੱਥੇ ਗਾਉਣ ਲੱਗ ਜਾਏ ਤਾਂ ਸੁਣਨ ਵਾਲੇ ਸਰੋਤੇ ਨੇ ਚੌਂਕੜੀਆਂ ਤੇ ਬੈਠਣਗੇ, ਅਸੀਂ ਇੱਥੇ ਥੱਲੇ ਖੜੇ ਹੋਵਾਂਗੇ। ਤੁਹਾਡੇ ਵੇਲਿਆਂ ਦੇ ਵਿੱਚ ਕਿਹੜੇ ਸਰੰਗੀ ਦੇ ਗੁਮੰਤਰੀ ਹੁੰਦੇ ਸੀਗੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਹੁੰਦੇ ਸੀਗੇ ਤੇ ਤੁਸੀਂ ਸੋਚਦੇ ਹੁੰਦੇ ਸੀ ਵੀ ਇਹਦੇ ਵਾਂਗੂ ਅਸੀਂ ਵੀ ਗਾਉਣਾ ਸਿੱਖ ਲਈਏ? ਮੈਨੂੰ ਤਾਂ ਸਾਰੇ, ਜਦ ਮੈਂ ਜਾਂਦਾ ਸੀ ਸੁਣਨੇ ਨੂੰ ਗਾਉਣ, ਸਰੰਗੀਆਂ ਵਾਲੇ ਸਾਰੇ ਮੈਨੂੰ ਵਧੀਆ ਹੀ ਲੱਗਦੇ ਹੁੰਦੇ ਸੀ। ਸਾਡੇ ਪਿੰਡ ਦੇ ਵਿੱਚ ਇੱਕ ਅਨੋਖਾ ਜ਼ਿਮੀਂਦਾਰ ਸੀ, ਉਹ ਗਾਉਂਦਾ ਹੁੰਦਾ ਸੀ। ਅੱਛਾ, ਮੈਂ ਉਹਦੇ ਕੋਲੋਂ ਵੀ 2-4 ਕਲੀਆਂ ਸਿੱਖੀਆਂ ਤੀਆਂ। ਉਹਦੇ ਕੋਲ ਜਾਣਾ ਸਿੱਖਣਾ ਮੈਨੂੰ ਸ਼ੌਂਕ ਸੀਗਾ। ਉਹਦੇ ਨਾਲ ਜਦ ਮੇਲਿਆਂ ਤੇ ਜਾਣਾ, ਉਹਦੇ ਨਾਲ ਜਾਣਾ। ਅੱਛਾ, ਉਹਨੇ ਉੱਥੇ ਜਾ ਕੇ ਗਾਉਣ ਵਾਲੇ ਸਾਰੇ ਹੀ ਜਾਣਦੇ ਹੁੰਦੇ ਤੈਨੂੰ। ਕਿਸੇ ਨੇ ਕਹਿਣਾ ਮੇਰੇ ਨਾਲ ਆ ਜਾ, ਮੇਰੇ ਨਾਲ ਆ ਜਾ, ਇੱਕਣ ਪੱਟਵੇਂ ਜੋੜੀਆਂ ਲੱਗ ਜਾਂਦੀਆਂ ਤੀਆਂ। ਕਿਸੇ ਦਾ ਪਾਛੂ ਬਣ ਕੇ ਗਾ ਦੇਣਾ ਉਹਨੇ, ਕਿਸੇ ਦਾ ਆਗੂ ਬਣ ਕੇ ਗਾ ਦੇਣਾ। ਬੜੇ ਉਹਦੇ ਨਾਲ ਮੇਲੇ ਦੇਖੇ। ਮੈਂ ਕਿਹਾ ਬਾਬੇ ਮੈਨੂੰ ਸਿਖਾ ਦੇ। ਕਹਿੰਦਾ ਤੈਨੂੰ ਮੇਲਿਆਂ ਜੋਗਾ ਤਾਂ ਕਰੇ ਦਊਂਗਾ। ਮੇਲਿਆਂ ਜੋਗਾ ਕਰਦਾ ਫਿਰ ਮੈਨੂੰ ਮੇਲਿਆਂ ਜੋਗਾ ਗਾਉਣ ਤਾਂ ਦੇ ਦਿੱਤਾ। ਮੈਨੂੰ ਨਾ ਤਾਂ ਢੱਡ ਆਉਂਦੀ ਤੀ, ਅੱਛਾ, ਨਾ ਮੈਨੂੰ ਖੜਨੇ ਦਾ ਢੰਗ ਤੀ। ਫਿਰ ਮੈਨੂੰ ਦਿਵਾਲੇ ਦਾ ਇੱਕ ਜ਼ਿਮੀਂਦਾਰ ਹੁੰਦਾ ਸੀ ਦਲੀਪ ਸਿੰਘ, ਉਹਦੇ ਕੋਲੇ ਮੈਂ ਗਿਆ। ਉਹਦੇ ਕੋਲੋਂ ਕਲੀਆਂ, ਮੈਂ ਕਿਹਾ ਵੀ ਮੈਂ ਕਲੀਆਂ ਲਿਖਾਉਣੀਆਂ ਜੀ। ਉਹ ਕਹਿੰਦਾ ਵੀ ਬਹੁਤ ਵਧੀਆ ਗੱਲ ਹੈ। ਮੈਂ ਇਹ ਚੀਜ਼ ਨੂੰ ਬਹੁਤ ਚੰਗੀ ਮੰਨਦਾ, ਜਿਹੜਾ ਕੋਈ ਨਵਾਂ ਮੁੰਡਾ ਮੇਰੇ ਕੋਲੋਂ ਆ ਕੇ ਗਾਉਣ ਮੰਗਦਾ ਮੈਂ ਦਿੰਦਾ। ਅੱਛਾ, ਮੈਨੂੰ ਬੜਾ ਸ਼ੌਂਕ ਹੈ ਇਹ ਚੀਜ਼ ਦਾ।
ਕਹਿੰਦਾ ਲੋਕ ਤਾਂ ਮੁੱਲ ਵੇਚਦੇ ਨੇ ਕਲੀਆਂ, ਮੈਂ ਤੈਨੂੰ ਦਊਂਗਾ ਕਲੀਆਂ। ਉਹਨੇ ਜੀ ਮੈਨੂੰ ਪੰਜੀਰੀ ਪੰਜੂਰੀ ਖਿਲਾਈ, ਚਾਹ ਚੂ ਪਿਲਾਈ, ਕਲੀਆਂ ਲਿਖਾਤੀਆਂ 7। 2 ਕਲੀਆਂ ਪੂਰਨ ਦੀਆਂ ਤੇ 5 ਹੀਰ ਦੀਆਂ। ਮੈਨੂੰ ਕਹਿੰਦਾ ਲੈ ਬਈ 1 ਮਹੀਨੇ ਦੀਆਂ ਕਲੀਆਂ ਦੇ ਦਿੱਤੀਆਂ, 1 ਮਹੀਨੇ ਦੇ ਵਿੱਚ ਯਾਦ ਕਰ ਲਾ। ਅੱਛਾ, ਤੁਹਾਨੂੰ ਯਾਦ ਕਰਨੀਆਂ ਪੈਂਦੀਆਂ ਸੀ, ਰੱਟਣੀਆਂ ਪੈਂਦੀਆਂ ਸੀ, ਫੇਰ ਹੀ ਉਹ ਕਹਿੰਦੇ ਸੀ ਵੀ ਗਾਉਣ ਲਈ ਜਾ। ਹਾਂ ਫਿਰ ਕਾਪੀਆਂ ਨਾਲ ਨਹੀਂ ਫੜ ਕੇ ਗਾਉਣਾ। ਹਾਂ, ਹਜੇ ਤਾਂ ਬਹੁਤੇ ਗਾਇਕ ਕਾਪੀ ਫੜੀ ਰੱਖਦੇ ਆ। ਉਹ ਸਾਡੇ ਕੋਲ ਨਹੀਂ ਕਾਪੀ ਹੁੰਦੀ, ਹੁਣ ਵੀ ਕਾਪੀ ਨਹੀਂ ਮੇਰੇ ਕੋਲ। ਹਾਂ ਬਿਲਕੁਲ, ਉਹ ਤਾਂ ਅਸੀਂ ਵੇਖੀ ਜਾਂਦੇ ਹਾਂ। ਬਈ ਉਹ ਕਹਿੰਦਾ ਵੀ ਇਹਨੂੰ 1 ਮਹੀਨੇ 'ਚ ਯਾਦ ਕਰ। ਮੈਂ ਕਿਹਾ ਜੀ ਜਦੋਂ ਯਾਦ ਹੋਗੀ ਮੈਂ ਆ ਜਾਵਾਂ। ਕਹਿੰਦਾ ਹਾਂ ਆ ਜੀ। ਆਪਾਂ ਤਾਂ ਜੀ ਦਿਨ ਰਾਤ ਕਰਤੀ, ਜਿਵੇਂ ਪਤਾ ਹੁੰਦਾ ਵੀ ਸਕੂਲ ਦੇ ਪੇਪਰ ਨੇ ਕੁੱਟ ਪਊਗੀ ਜੇ ਨਾ ਮੇਰੇ ਪੂਰੇ ਹੋਏ। ਮੈਂ ਤਾਂ ਚੌਥੇ ਦਿਨ ਨੂੰ ਤਿਆਰ ਕਰਤੀਆਂ। ਅੱਛਾ, ਤੁਸੀਂ ਮਤਲਬ ਗੁਰਮੁਖੀ ਪੜ੍ਹ ਲੈਂਦੇ ਸੀ? ਹਾਂ ਮੈਂ 3.5 ਪੜ੍ਹਿਆ ਹੋਇਆ। ਅੱਛਾ। ਹਾਂ ਚੌਥੀ ਚੋਂ ਵਿਚਾਲੇ ਹਟ ਗਏ ਸੀ। ਮੈਂ ਜੀ ਉਹ ਪੜ੍ਹ ਕੇ ਕਰਕੇ ਯਾਦ, ਚੌਥੇ ਦਿਨ ਮੈਂ ਉਹਦੇ ਕੋਲ ਨੂੰ ਚਲਿਆ ਗਿਆ। ਮੈਂ ਆਪਾਂ ਨੂੰ ਮਹੀਨੇ ਦਾ ਕਿਹੜਾ ਠੇਕਾ ਜਾਂ ਕੌਣ ਯਾਦ ਕਰਨਾ। ਮੈਂ ਉਹਦੇ ਕੋਲ ਗਿਆ, ਉਹ ਮੈਨੂੰ ਮਿਲ ਗਿਆ ਢੱਲੂਆਂ ਖੰਨੇ ਨੂੰ ਆਉਂਦਾ। ਅੱਛਾ। ਮੈਂ ਕਿਹਾ ਬਈ ਹਾਂ ਦੱਸੋ ਜੀ। ਕਹਿੰਦਾ ਤੂੰ ਕਿੱਧਰ ਫਿਰਦਾ? ਮੈਂ ਕਿਹਾ ਮੈਂ ਤੁਹਾਡੇ ਕੋਲ ਆਇਆ। ਅੱਛਾ। ਕਹਿੰਦਾ ਕੋਈ ਯਾਦ ਕਰਿਆ? ਮੈਂ ਕਿਹਾ ਜੀ ਸਾਰਾ ਹੀ ਯਾਦ ਹੋ ਗਿਆ। ਕਹਿੰਦਾ ਵਾਹ ਓਏ। ਮੈਂ ਕਿਹਾ ਹਾਂ ਜੀ ਸੁਣ ਲਓ। ਕਹਿੰਦਾ ਸੁਣਾ। ਸਾਈਕਲ ਤੇ ਉਹਦੀ ਸਾਈਕਲ ਤੇ ਮੈਂ ਦੀ ਸਾਈਕਲ ਤੇ ਬੈਠੇ ਖੰਨੇ ਤੱਕ ਆਉਂਦੇ, ਮੈਂ ਉਹਨੂੰ ਕਲੀਆਂ 7 ਦੀਆਂ 7 ਸੁਣਾਤੀਆਂ। ਅੱਛਾ, ਸਾਰੀਆਂ 7 ਦੇ 7? 7 ਸੁਣਾਤੀਆਂ ਉਹਨੂੰ ਮੂੰਹ ਜਵਾਨੀਓ। ਮੈਨੂੰ ਕਹਿੰਦਾ ਯਾਰ ਕਮਾਲ ਹੈ, ਹੁਣ ਤੈਨੂੰ ਕਹਿੰਦਾ ਲਿਖਾਉਣੀ ਨਹੀਂ। ਅੱਛਾ। ਮੈਂ ਕਿਹਾ ਕਿਉਂ? ਕਹਿੰਦਾ ਹੁਣ ਤਾਂ ਤੈਨੂੰ ਗਾਉਣ ਵਾਲਾ ਹੀ ਬਣਾਵਾਂਗੇ। ਉਹਨੇ ਫਿਰ ਮੈਨੂੰ ਇਹਨਾਂ ਦੇ ਨਾਲ ਮੇਲ ਕਰਵਾਇਆ, ਦੇਸ ਰਾਜ ਨਾਲ। ਉਹ ਵੀ ਇਹਨਾਂ ਦੇ ਨਾਲ ਹੀ ਗਾਉਂਦਾ ਸੀ। ਬਸ ਫਿਰ ਇਹਨਾਂ ਦੇ ਨਾਲ ਮੇਲ ਕਰਾਇਆ, ਫਿਰ ਮੈਨੂੰ ਇਹ ਗੁਰੂ ਧਾਰਨਾ ਕਰਨੀ ਪਈ। ਫਿਰ ਇਹ ਦੇਸਰਾਜ ਜੀ ਨਾਲ ਜਦੋਂ ਸਰੰਗੀ ਤੇ ਤੁਸੀਂ ਗਾਉਂਦੇ ਸੀਗੇ, ਕਿੰਨੇ ਜਣੇ ਹੁੰਦੇ ਅਸਲ ਦੇ ਵਿੱਚ? ਅਸੀਂ ਤਾਂ 5 ਵੀ ਹੋ ਜਾਂਦੇ ਸੀ, ਤੇ 2 ਇਹਦੇ ਮੁੰਡੇ, ਇੱਕ ਆਪ, ਇੱਕ ਦਲੀਪਾ, ਇੱਕ ਮੈਂ, ਅਸੀਂ 5 ਵੀ ਹੋ ਜਾਂਦੇ ਸੀ। ਸਰੰਗੀ ਨਾਲ ਕਿਹੜੇ ਕਿਹੜੇ ਸਾਜ਼ ਸਾਂਝੇ ਕਰਕੇ ਫਿਰ ਇਹਨੂੰ ਗਾਇਆ ਜਾਂਦਾ? ਇੱਕ ਕੱਲੀ ਸਰੰਗੀ ਦੇ ਨਾਲ ਢੱਡਾਂ ਚਾਹੇ 5 ਵਜਾ ਲਓ, ਚਾਹੇ 2 ਵਜਾ ਲਓ, ਚਾਹੇ 1 ਵਜਾ ਲਓ। ਉਹਦੇ ਨਾਲ ਫਿਰ ਆਵਾਜ਼ ਨਹੀਂ ਦਬਦੀ ਇਹਦੀ? ਨਾ ਇਹਦੀ ਆਵਾਜ਼ ਖਾਸ ਉੱਭਰ ਕੇ ਸਾਹਮਣੇ ਹੁੰਦੀ? ਉੱਥੇ ਰਹੂਗੀ। ਇਹਦੇ ਨਾਲ ਜਿੰਨੇ ਮਰਜ਼ੀ ਇਹਦੇ ਤੇ ਬੰਦੇ ਬੋਲੀ ਜਾਣ, ਇਹ ਨਹੀਂ ਕੁਝ ਵੀ ਕਹਿੰਦੀ। ਇਹ ਕਹਿੰਦੀ ਬੋਲੀ ਜਾਓ। ਤੇ ਕਲੀ ਦੀ ਤੁਸੀਂ ਗੱਲ ਕੀਤੀ ਆ, ਮੈਂ ਜ਼ਰੂਰ ਚਾਹੂੰਗਾ, ਕਿਉਂਕਿ ਅਸੀਂ ਵੇਖਦੇ ਆ ਕਲੀਆਂ ਦੀ ਗੱਲ ਪੰਜਾਬ 'ਚ ਜਦੋਂ ਛਿੜਦੀ ਆ, ਕਈਆਂ ਨੂੰ ਪਤਾ ਹੀ ਨਹੀਂ ਵੀ ਕਲੀ ਹੁੰਦੀ ਕੀ ਆ। ਮੈਂ ਜ਼ਰੂਰ ਚਾਹੂੰਗਾ ਕਿ ਕਲੀ ਜਿਹੜੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਈ ਜਾਵੇ। ਹਾਂ ਜੀ ਹਾਂ, ਜ਼ਰੂਰ ਸੁਣਾਵਾਂਗੇ ਕਲੀ। ਬੇੜਾ ਤੜਕੇ ਦਾ ਸੁਰ ਪੰਜਵੇਂ ਮੇਘ ਵਿੱਚ ਰੱਖ ਲਿਆ, ਭਰ ਭਰ ਪੋਟੇ ਉਂਗਲਾਂ ਰਾਗ ਦੀਆਂ ਚਲਾਈਆਂ। ਛੇ ਰਾਗ 36 ਰਾਗਣੀਆਂ ਰਸ ਪਿੰਨੀਆਂ ਨੇ, ਸਣੇ 8 ਪੁੱਤਰਾਂ ਦੇ ਆਸ਼ਕ ਨੇ ਬੋਚ ਕੇ ਗਈਆਂ। ਉਹ ਵਿੱਚ ਪਰ ਰੰਗਾਂ ਨੂੰ ਜੱਟ ਗਾਉਂਦਾ ਦੋਰੇ ਠੁਮਰੀਆਂ, ਦੇਗੇ ਪਖੇਰੂ ਬਣਾਉਂਦੇ ਜਿੱਥੇ ਇੱਕ ਤੱਕ ਸੁਣੇ ਆਈਆਂ। ਮੇਘ ਵਾਲਾ ਆਸ਼ਿਕ ਹੋ ਕੇ ਉਤਰੀ ਐ, 5 ਪੀਰਾਂ ਨੇ ਕਰ ਲਈਆਂ ਮੱਕੇ ਤੋਂ ਚੜਾਈਆਂ। ਜਿਤਨੇ ਦੇਵੀ ਦੇਵਤੇ ਸਣੇ ਇੰਦਰ ਦੇ ਆ ਗਏ ਨੇ, ਝਲ ਵਿੱਚ ਰਚਨਾ ਲੱਗ ਗਈ ਪਰੀਆਂ ਆਣ ਨਚਾਈਆਂ। ਉਹ ਜੰਗਲ ਦੇ ਵਿੱਚ ਮੰਗਲ ਲਾ ਲਿਆ ਜੋਗੀ ਨੇ, ਗੰਡਾ ਗੁਣਾ ਦੀਆਂ ਜਦ ਖੋਲ ਕੇ ਸੁਣਾਈਆਂ। ਹੱਥ ਤੇ ਬੰਨਦਾ ਵੀ ਮੈਂ ਅਰਜ਼ਾਂ ਕਰਦਾ ਤੇਰੀਆਂ, ਹੋਇਆ ਦਮਦਾਬ ਸਾਕੀ। ਵਾਹ
ਵਾਹ ਜੀ ਵਾਹ। ਹਾਲੇ ਵੀ ਬਾਬਾ ਜੀ ਦੀ ਆਵਾਜ਼ ਵਿੱਚ ਇੰਨਾ ਦਮ ਹੈ, ਹੈਰਾਨੀ ਆਉਂਦੀ ਹੈ ਇਸ ਗੱਲ ਦੀ ਕਿ ਇਹ ਵੇਲਾ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਸੋਚਦੇ ਹਾਂ ਕਿ ਉਹ ਪੁਰਾਣੇ ਮੰਤਰੀ ਜਿਹੜੇ ਸੀ ਉਹ ਕਿਸ ਤਰੀਕੇ ਨਾਲ ਜੋਸ਼ੋ ਖਰੋਸ਼ ਨਾਲ ਗਾਉਂਦੇ ਸੀਗੇ, ਬਾਬਾ ਜੀ ਨੂੰ ਵੇਖ ਕੇ ਲੱਗਦਾ। ਤੇ ਬਾਬਾ ਜੀ ਐਵੇਂ ਤਾਂ ਹੁੰਦਾ ਸੀਗਾ ਕਿ ਉਸ ਜ਼ਮਾਨੇ 'ਚ ਜਦੋਂ ਤੁਸੀਂ ਘੁੰਮ ਕੇ ਗਾਉਂਦੇ ਸੀਗੇ, ਕਿਹੜੇ ਉਦੋਂ ਕੋਈ ਮਾਈਕ ਹੁੰਦੇ ਸੀਗੇ? ਉਦੋਂ ਤਾਂ ਕਹਿੰਦੇ ਆਵਾਜ਼ ਵੀ ਕਈ ਪਿੰਡੀਆਂ ਜਾਵੜਦੀ ਸੀ, ਉਹ ਦੱਸੋ ਸਾਨੂੰ। ਮੈਕ ਤਾਂ ਅਸੀਂ ਹੁਣ ਵੀ ਨਹੀਂ ਮੈਕ ਤੇ ਗਾਉਂਦੇ। ਅੱਛਾ ਜੀ। ਨਾ ਜੀ ਨਾ, ਜਿੰਨੇ ਹੁਣ ਸਾਡੇ ਨਾਲ ਦੇ ਗਵਈਏ ਨੇ ਕੋਈ ਮੈਕ ਤੇ ਨਹੀਂ ਗਾਉਂਦੇ। ਜੇ ਕੋਈ ਹੁਣ ਜਿਵੇਂ ਲਚਕਾਣੀ ਵਾਲੇ ਨੇ, ਹਾਂਜੀ ਉਸਤਾਦ ਹੈ ਜੀ ਜੀ। ਇਹ ਜਾਂਦੇ ਨੇ ਜਿਵੇਂ ਪੰਜਾਬੀ ਹੁੰਦੀ ਆਪਣੇ ਇਹ ਮੇਲੇ ਮਸਾਬਿਆਂ ਦੀ। ਹਾਂ ਨਹੀਂ ਆਪਣੇ ਜਿਹੜੇ ਤੁਹਾਡੇ ਮੀਡੀਆ ਵਾਲੇ ਆ ਅੱਛਾ ਅੱਛਾ, ਟੀਵੀ ਚੈਨਲਾਂ ਦੇ ਉੱਤੇ ਰਿਕਾਰਡਿੰਗ ਵਾਸਤੇ ਜਾਂਦੇ। ਜਾਂਦਾ ਹੈ, ਉੱਥੇ ਫਿਰ ਉਹਨਾਂ ਨੂੰ ਮੈਕਾਂ ਤੇ ਬੋਲਣਾ ਪੈ ਜਾਂਦਾ। ਹਾਂ, ਉੱਥੇ ਤਾਂ ਫਿਰ ਕਰਨਾ ਹੀ ਪੈਂਦਾ ਜੀ। ਉੱਥੇ ਹੁਣ ਇੱਥੇ ਮੈਂ ਵੀ ਮੈਕ ਤੇ ਬੋਲ ਰਿਹਾ। ਹਾਂ ਬਿਲਕੁਲ ਜੀ, ਇਹ ਤਾਂ ਰਿਕਾਰਡਿੰਗ ਹੈ ਫਿਰ ਆਪਣੀ। ਹਾਂ, ਬਾਕੀ ਅਸੀਂ ਕਦੇ ਮੈਕਾਂ ਤੇ ਨਹੀਂ ਗਾਇਆ। ਅਸੀਂ ਤਾਂ ਖੁੱਲਾ ਘੁੰਮ ਕੇ ਗਾਉਂਦੇ ਆ, ਗਾਉਂਦੇ ਵੀ ਆ, ਨਾਲ ਗੱਲਾਂ ਬਾਤਾਂ ਵੀ ਕਰੀ ਜਾਣੀਆਂ, ਸਮਝਾਈ ਜਾਣਾ। ਜਿਵੇਂ ਹੁਣ ਆ ਕਲੀ ਲਾਈ ਤੀ, ਇਹ ਕਲੀ ਦੇ ਵਿੱਚ ਮੈਂ ਤਾਂ ਛੇਤੀ ਲਾਤੀ। ਇਹ ਕਲੀ ਘੱਟੋ ਘੱਟ 10 ਮਿੰਟ ਦੇ ਵਿੱਚ ਲੱਗਣੀ ਤੀ। ਅੱਛਾ ਜੀ। ਕਿਉਂ ਕਲੀ ਲਾਤੀ, ਬੋਲ ਮਾਰੇ, ਢੱਡ ਵਜਾ ਲਈ, ਕਹਿਤਾ ਹਾਂ ਭਾਈ ਉਸ ਟਾਈਮ ਆ ਹੋਇਆ। ਇਹ ਸਾਰਾ ਨਾਲ ਦੀ ਨਾਲ ਵਾਰਤਾ ਸਮਝਾਉਣੀ ਤੇ ਨਾਲ ਦੀ ਨਾਲ ਕਲੀ ਗਾਉਣੀ। ਮਤਲਬ ਪੂਰਾ ਵਿਖਿਆਨ ਕਰਦੇ ਹੁੰਦੇ ਸੀ। ਬਿਆਨ ਕਰਦੇ ਨਾਲ ਦੀ ਨਾਲ, ਬੋਲਾਂ ਦੇ ਨਾਲ, ਹਰ ਲਾਈਨ ਦੇ ਨਾਲ ਵਿਖਿਆਨ ਦੇਣਾ। ਉਸ ਵੇਲੇ ਬਹੁਤ ਸਰੋਤੇ ਸੁਣਨ ਨੂੰ ਦੂਰੋਂ ਦੂਰੋਂ ਮੇਲਿਆਂ ਤੇ ਪਹੁੰਚਦੇ ਹੁੰਦੇ ਸੀਗੇ। ਦੁਨੀਆ ਜੀ ਤੇ ਅੱਜ ਉਹ ਪਹਿਲਾਂ ਵੇਲੇ ਦੇ ਸਰੋਤਿਆਂ ਦਾ ਤੇ ਅੱਜ ਦਾ ਕੀ ਮਹਿਸੂਸ ਕਰਦੇ ਹੋ ਫਰਕ, ਵੀ ਹੁਣ ਵੀ ਉਨੇ ਹੀ ਪਹੁੰਚਦੇ ਪੁਰਾਣੇ ਮੰਤਰੀਆਂ ਨੂੰ ਸੁਣਨ? ਮੈਂ ਤੁਹਾਨੂੰ ਦੱਸਦਾ ਜੀ, ਇੱਕ ਗੱਲ ਹੈ, ਆਪਾਂ ਕਿਸੇ ਨੂੰ ਮਾੜਾ ਕਹਿਣਾ ਨਹੀਂ। ਜੀ ਬਿਲਕੁਲ। ਕਹਿੰਦਾ ਭੌਰਾ ਭੁੰਡਾ ਦੋਸਤੀ, ਜੀ ਭੌਰਾ ਭੁੰਡਾ ਦੋਸਤੀ, ਇੱਕੋ ਦੋਹਾਂ ਦੀ ਗੂੰਜ, ਵਾਹ ਪਈ ਤੇ ਜਾਣੀਏ ਕਿਹੜਾ ਭੌਰਾ ਤੇ ਕਿਹੜਾ ਭੁੰਡ। ਵਾਹ ਜੀ ਵਾਹ, ਕਮਾਲ ਦੀ ਗੱਲ ਕਰਤੀ। ਉਹ ਵੀ ਕਲਾਕਾਰ ਨੇ, ਅਸੀਂ ਵੀ ਕਲਾਕਾਰ ਹਾਂ। ਅਸੀਂ ਕਲਾਕਾਰ ਇਹ, ਉਹ ਵੀ ਕਲਾਕਾਰ ਨੇ। ਬਿਲਕੁਲ, ਉਹ ਵੀ ਕਲਾਕਾਰ ਜੀ। ਪਰ ਫਰਕ ਭੌਰੇ ਔਰ ਭੂੰਡ 'ਚ ਕੀ ਹੁੰਦਾ? ਜਿਹੜਾ ਭੂੰਡ ਹੈ ਉਹਨੇ ਗੋਹਾ ਫੋਲਣਾ ਹੈ, ਤੇ ਜਿਹੜਾ ਭੌਰ ਹੈ ਉਹਨੇ ਫੁੱਲਾਂ ਤੇ ਬੈਠਣਾ। ਵਾਹ ਜੀ ਵਾਹ, ਬਹੁਤ ਵੱਡੀ ਗੱਲ ਕਰਤੀ। ਹਾਂਜੀ ਹਾਂਜੀ, ਬਸ ਇੰਨਾ ਕੇ ਫਰਕ ਹੈ। ਉਹ ਬਿਲਕੁਲ ਕਿਸੇ ਨੂੰ ਕਹਿਣ ਨਾਲ ਬਿਹਤਰ ਆ ਕਿ ਆਮ ਜਿਹੜਾ ਸਰੋਤਾ ਉਹ ਵੀ ਸੁਣਦਾ ਹੈ, ਪਤਾ ਤਾਂ ਉਹਨੂੰ ਵੀ ਆ ਵੀ ਕੌਣ ਕੀ ਗਾ ਰਿਹਾ। ਹਾਂਜੀ। ਤੇ ਜਿਹੜੀ ਹੁਣ ਤੁਹਾਡੇ ਵੇਲੇ ਦੀ ਗਾਇਕੀ ਆ, ਮੈਂ ਕਹਿ ਸਕਦਾ ਹਾਂ ਕਿ ਇਹ ਇੱਕ ਸੱਭਿਆਚਾਰ ਦੀ ਉਹ ਮਿੱਠੀ ਗਾਇਕੀ ਹੈ। ਸੱਭਿਆਚਾਰ ਹੈ ਜੀ, ਜਿਹੜਾ ਅਸਲੀ ਸੱਭਿਆਚਾਰ ਹੈ ਉਹ ਇਹੀ ਹੈ ਜੀ ਬਿਲਕੁਲ, ਕੋਈ ਸ਼ੱਕ ਨਹੀਂ। ਜਿਹੜਾ ਇਹ ਅੱਜ ਕੱਲ ਇਹ ਸੱਭਿਆਚਾਰ ਨਹੀਂ, ਇਹ ਸੱਭਿਆਚਾਰ ਉਹ ਹੁੰਦਾ ਹੈ। ਅੱਜ ਜਿਹੜੀ ਕਲੀ ਮੈਂ ਲਾਈ ਹੈ, ਇਹ ਪਤਾ ਨਹੀਂ ਕਿੰਨੇ ਕੁ ਗਾਉਣ ਵਾਲਿਆਂ ਨੇ ਗਾਈ ਹੈ। ਜੀ ਇਹ ਆ ਸੱਭਿਆਚਾਰ ਜਿਹਨੂੰ ਸਾਰੇ ਗਾਉਣ। ਜੀ ਬਿਲਕੁਲ, ਗੱਲ ਤਾਂ ਇਹੀ ਹੈ। ਜਿਹੜਾ ਇੱਕ ਗੀਤ ਮੈਂ ਲਿਖਿਆ, ਮੈਂ ਬਣਾਇਆ ਤੇ ਮੈਂ ਹੀ ਗਾਉਣਾ, ਜੇ ਦੂਜਾ ਗਾਉਂਦਾ ਉਹਦੇ ਤੇ ਕੇਸ ਕਰਦੇ, ਉਹ ਕੋਈ ਸੱਭਿਆਚਾਰ ਥੋੜੀ ਹੈ। ਬਿਲਕੁਲ ਨਹੀਂ, ਇਹ ਤਾਂ ਗੱਲ ਹੀ ਨਹੀਂ। ਹੁਣ ਤਾਂ ਤੁਹਾਨੂੰ ਲੱਗਦਾ ਨਹੀਂ ਵੀ ਇਹ ਆਪਸ ਵਿੱਚ ਹੁਣ ਜੁੰਡੋ ਜੁੰਡੀ ਵਾਲਾ ਹਿਸਾਬ ਹੋ ਗਿਆ ਆ, ਤੇ ਇੱਕ ਦੂਜੇ ਨੂੰ ਵਿੱਚ ਗਾਲਾਂ ਹੀ ਕੱਢੀ ਜਾਂਦੇ, ਇੱਕ ਦੂਜੇ ਨਾਲ ਜਿੱਦ ਫੜੀ ਵੀ। ਬਹੁਤ ਜਿੱਦਾਂ ਫੜੀਆਂ ਨੇ, ਇੱਕ ਦੂਜੇ ਤੇ ਥੱਪੜ ਮਾਰਦੇ ਨੇ, ਉਹ ਗੱਲਾਂ ਦੇ ਵਿੱਚ, ਬੋਲਾਂ ਦੇ ਵਿੱਚ। ਹਾਂ, ਬੋਲਾਂ ਦੇ ਇਹ ਵਿੱਚ। ਕੋਈ ਗਾਉਣ ਨਹੀਂ ਹੈਗੇ, ਸਾਡੀਆਂ ਵੀ ਝੜਾ ਫਸਦੀਆਂ ਨੇ। ਗਾਉਣ ਵਾਲਿਆਂ ਦੇ ਸਾਡੇ ਵੀ ਸਿੰਘ ਫਸ ਜਾਂਦੇ ਨੇ, ਪਰ ਸਾਡੇ ਸਿੰਘ ਕਿਹੜੇ ਫਸ ਜਾਂਦੇ ਨੇ? ਲੈ ਬਈ, ਇਹ ਇੰਨੇ ਸੁਰ ਤੇ ਬੋਲਿਆ, ਹੋਰ ਚੱਕ ਲੈ ਸਾਜ ਨੂੰ, ਅੱਛਾ, ਹੋਰ ਚੱਕ ਲੈ, ਦੇਖਾਂਗੇ ਹੁਣ ਕਿਹੜਾ ਦਬਦਾ। ਆ ਸਾਡੇ ਸਿੰਘ ਹੁੰਦੇ ਨੇ ਕਲੀਆਂ ਗਾਉਣ, ਉਹੀ ਹੈ। ਮਤਲਬ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਵਾਲੀ ਗੱਲ ਨਹੀਂ ਸੀ। ਨਾ ਨਾ ਨਾ, ਜੇ ਦੇਖਣਾ ਵੀ ਇਹ ਤੇ ਹੋਰ ਨਹੀਂ ਕੁਛ ਬਾਹ ਚੱਲਦੀ, ਮਿਰਜ਼ਾ ਛੇੜੋ, ਦੁੱਲਾ ਛੇੜੋ, ਜ਼ੋਰ ਦੀਆਂ ਕਲੀਆਂ ਦੇ ਆਵਾਜ਼ ਖੁੱਲੂ, ਨਾਲੇ ਗਲਾ ਖੁੱਲੂ, ਚੱਕ ਦੇ ਤਾਂ ਹਾਂ, ਫਿਰ ਆਪੇ ਹੀ ਕਿਸੇ ਨਾ ਕਿਸੇ ਦਾ ਜਿਹੜਾ ਦਬ ਜਾਂਦਾ ਉਹ ਗਾੜਾ ਪੱਟ ਜਾਂਦਾ, ਆਪਣਾ ਭੱਜ ਜਾਂਦਾ। ਤੁਹਾਡਾ ਤਾਂ ਹੋਇਆ ਸ਼ੌਂਕ। ਹਾਂ। ਘਰ ਦੇ ਵਿੱਚ ਜਿਹੜੇ ਅਗਾਹਾਂ ਕੋਈ ਧੀਆਂ ਪੁੱਤ ਹੈ, ਕਿੰਨੇ ਧੀਆਂ ਪੁੱਤ ਹੈ, ਕੀ ਕਰਦੇ ਪਏ ਆ, ਉਹਨਾਂ ਨੂੰ ਕੋਈ ਹੈ ਕਿਸੇ ਨੂੰ ਚਚਾ ਇਸ ਗੱਲ ਦਾ? ਕਿਸੇ ਨੂੰ ਚਸਕਾ ਨਹੀਂ। ਇੱਕ ਗਰੀਬੀ ਦੇ ਕਾਰਨ ਸਾਰੇ ਕੰਮਾਂ ਕੰਨੀ ਨੂੰ ਭੱਜ ਰਹੇ ਨੇ, ਕੰਮ ਕਰ ਰਹੇ ਨੇ। ਕਿਉਂ ਜੇ ਇਧਰਲੇ ਪਾਸੇ ਹੁਣ ਮੈਂ ਤਾਂ ਕੱਲਾ ਸੀਗਾ ਭਾਈ, ਬਾਪ ਦੇ ਮੈਂ ਕੱਲਾ ਹੀ ਪੁੱਤ ਸੀ, ਭੈਣਾਂ ਮੇਰੇ 3 ਧੀਆਂ, 2 ਮਰਲੀਆਂ, ਇੱਕ ਹੈਗੀ ਆ ਮੇਰੇ ਤੋਂ ਛੋਟੀਆਂ ਤੇ ਸਾਰੀਆਂ ਹੀ। ਬਈ ਮੈਨੂੰ ਮੇਰੇ ਦਿਲ 'ਚ ਪਹਿਲਾਂ ਹੀ ਉਬਾਲਾ ਸੀ ਇਹ ਚੀਜ਼ ਦਾ। ਕੰਮ ਉਹ ਬੰਦਾ ਸਿੱਖਦਾ ਹੁੰਦਾ ਹੈ ਜਿਹੜੀ ਚੀਜ਼ ਦਾ ਆਪਾਂ ਨੂੰ ਸ਼ੌਂਕ ਹੋਵੇ, ਉਹੀ ਕੰਮ ਰਾਹ ਦਊਗਾ। ਜੇ ਆਪਾਂ ਧੱਕੇ ਨਾਲ ਖੀਰ ਖਵਾਈਏ, ਉਹ ਨਹੀਂ ਖਾਧੀ ਜਾਂਦੀ। ਬਿਲਕੁਲ ਬਿਲਕੁਲ, ਇਹ ਤਾਂ ਗੱਲ ਹੈ, ਖਰੀ ਹੈ। ਜੇ ਮੇਰੇ ਮੁੰਡੇ ਨੇ, ਮੈਂ ਇਹਨਾਂ ਨੂੰ ਕਹਾਂ ਵੀ ਮੇਰੇ ਕੋਲ ਇੰਨਾ ਗਾਉਣਾ ਤੁਸੀਂ ਲੈ ਲਓ, ਪਰ ਨਹੀਂ, ਇਹਨਾਂ ਦਾ ਇੱਧਰ ਨੂੰ ਰੂਹ ਨਹੀਂ, ਇਹ ਕਿਵੇਂ ਸਿੱਖ ਜਾਣਗੇ? ਹਾਂ, ਬਿਨਾਂ ਰੂਹ ਤੋਂ ਤਾਂ ਗਾਇਆ ਵੀ ਨਹੀਂ ਜਾਂਦਾ, ਸਿੱਖੀ ਨਹੀਂ ਜਾਂਦੀ ਕੋਈ ਵੀ ਚੀਜ਼। ਸਿੱਖੀ ਨਹੀਂ ਜਾਂਦੀ। ਮੈਨੂੰ ਸ਼ੌਂਕ ਸੀਗਾ, ਮੈਨੂੰ ਤਾਂ ਇੱਕ ਵਾਰੀ ਗੱਲ ਮੇਰੇ ਮੂਹਰੇ ਦੀ ਲੰਘੀ, ਮੈਂ ਜਾਣ ਹੀ ਨਹੀਂ ਸੀ ਦਿੰਦਾ, ਵੀ ਜਾਣ ਨਹੀਂ ਦੇਣੀ, ਟੱਚ ਕਰਨੇ ਆਏ, ਛੱਡਦਾ ਨਹੀਂ ਸੀ, ਮੈਂ ਲੈਂਦਾ ਸੀ ਉਹ ਚੀਜ਼ ਨੂੰ।
ਤੇ ਜਿਵੇਂ ਹੁਣ ਹੋਰ ਸਾਡੇ ਗਮੰਤਰੀ ਸੀਗੇ ਬਹੁਤ, ਇੱਕ ਤਾਂ ਚਲੋ ਤੁਹਾਡੇ ਵਾਲੀ ਉਹ ਗਾਇਕੀ ਅਖਾੜਾ ਗਾਇਕੀ ਹੋ ਗਈ ਹੈ ਨਾ, ਘੁੰਮ ਕੇ ਗਾਉਣ ਵਾਲੀ ਚੱਕਰ ਵਾਲੀ ਗਾਇਕੀ ਹੋ ਗਈ, ਹੁਣ ਤਾਂ ਕਿਤੇ ਕਿਤੇ ਰਹਿ ਗਈ ਆ। ਜਿਹੜੇ ਹੋਰ ਗਮੰਤਰੀ ਸੀ, ਜਿਵੇਂ ਹੁਣ ਅਸੀਂ ਯਮਲੇ ਜੱਟ ਹੋਰਾਂ ਦੀ ਗੱਲ ਕਰ ਲਈਏ, ਹੋਰ ਗਾਇਕਾਂ ਦੀ ਗੱਲ ਕਰਦੇ, ਉਹਨਾਂ ਚੋਂ ਕਦੇ ਤੁਹਾਨੂੰ ਕੋਈ ਪਸੰਦ ਆਏ? ਹਾਂ ਜੀ ਹਾਂ, ਯਮਲਾ ਵੀ ਮੈਨੂੰ ਪਸੰਦ ਤੀ। ਗੁਰਦਾਸ ਮਾਨ ਵੀ ਵਧੀਆ ਗਾਇਕ ਹੈ, ਉਹ ਵੀ ਵਧੀਆ ਚੀਜ਼ਾਂ ਗਾਉਂਦਾ ਹੈ। ਬਿੰਦ ਰਿੱਖੀ ਨੇ ਬਹੁਤ ਵਧੀਆ ਗਾਇਆ ਜੀ। ਹਾਂ, ਬਿੰਦ ਰਿੱਖੀ ਦੀ ਇੱਕ ਗੀਤ ਤਾਂ ਮੈਨੂੰ ਛੂੰਹਦਾ ਰਿਹਾ। ਅੱਛਾ ਜੀ। ਹਾਂ ਜੀ, ਜਿਹੜਾ ਕਹਿੰਦੀ ਮਾਂ ਮੈਂ ਮੁੜਨੀ ਪੇਕੇ ਆਉਣਾ, ਪੇਕੇ ਹੁੰਦੇ ਮਾਮਾ ਨਾਲ। ਤੁਸੀਂ ਸਰੰਗੀ ਤੇ ਗਾ ਕੇ ਸੁਣਾ ਸਕਦੇ ਹੋ? ਅੱਛਾ, ਉਹ ਸਰੰਗੀ ਤੇ ਨਹੀਂ ਗਾਇਆ ਜਾ ਸਕਦਾ, ਉਹ ਨਹੀਂ ਗਾ ਸਕਦਾ। ਮਤਲਬ ਤੁਹਾਨੂੰ ਪਸੰਦ ਸੀਗਾ ਗੀਤ। ਤੇ ਹੁਣ ਮੈਂ ਇਹ ਚਾਹੂੰਗਾ ਕਿ ਜਿਹੜਾ ਤੁਹਾਨੂੰ ਕੋਈ ਹੋਰ ਗੀਤ ਬਾਹਲਾ ਵਧੀਆ ਲੱਗਦਾ, ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਸੁਣਾਓ। ਹੋ ਨੀ ਮੈਂ ਚਾਂਫੜੇ ਹੋ ਨੀ ਮੈਂ ਚਾਂਫੜੇ ਨੀ ਬਾਰੂ ਖਾਓ ਬਾਜੀ ਗਰਾਂ ਓ ਭਾਈ ਮਰ ਕੇ ਜਿਨ੍ਹਾਂ ਦੇ ਹਾਣ ਦੇ ਓ ਡੋਲਿਓ ਫੁੱਟੇਗੀ ਬਾਂਹ ਭਾਈ ਮਰ ਕੇ ਜਿਨ੍ਹਾਂ ਦੇ ਗੱਭਰੂ ਓ ਡੋਲਿਓ ਫੁੱਟੇਗੀ ਮਾਂ ਪੁੱਤ ਮਰ ਕੇ ਜਿਨ੍ਹਾਂ ਦੇ ਖੇਲਦੇ ਉੜ ਗਿਆ ਜਹਾਨੋਂ ਨਾ ਵੀ ਬਰਸੀਆਂ ਤਰ ਕੇ ਵੰਡਣਗੇ ਔਦ ਗਿਆ ਦੇ ਥਾਂ ਜਿਹੜੇ ਜਾਂਦੇ ਔਦ ਜਹਾਨ ਚੋਂ ਜਿਹੜੇ ਜਾਂਦੇ ਔਦ ਜਹਾਨ ਚੋਂ ਉਹਦਾ ਮੁੜ ਨਹੀਂ ਲੈਂਦੇ ਨਾ ਜੇ ਨਾ ਸੀ ਤੋੜਨ ਬਾਮਣੀ ਜੇ ਨਾ ਸੀ ਤੋੜਨ ਬਾਮਣੀ ਜੱਟਾ ਕਾ ਤੂੰ ਫੜੀ ਸੀ ਬਾਂਹ ਜੇ ਤੂੰ ਅਜੇ ਪਿਛਾੜੀ ਮੋੜ ਦੇ ਮੈਂ ਕੋਲ ਪੁਰਾਵਾਂ ਜਾ ਬਾਬਾ ਜੀ ਬਹੁਤ ਵਧੀਆ ਆਨੰਦ ਆ ਗਿਆ, ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਬਹੁਤ ਆਨੰਦ ਆਇਆ ਹੋਊਗਾ, ਬਹੁਤ ਰੂਹ ਨੂੰ ਖੇੜਾ ਆਇਆ ਹੋਊਗਾ ਬਾਬਾ ਜੀ ਦੇ ਗੀਤ ਸਰੰਗੀ ਦੇ ਉੱਤੇ ਸੁਣ ਕੇ। ਹਾਲਾਂਕਿ ਇਹ ਤਾਂ ਪਤਾ ਹੀ ਹੈ ਕਿ ਸਰੰਗੀ ਦੇ ਨਾਲ ਜਿਹੜੀਆਂ ਆ ਢੱਡ ਬਾਬਾ ਜੀ ਨੇ ਦੱਸੀ ਹੈ, ਸਾਜ਼ ਹੋਰ ਹੁੰਦੇ ਆ, ਸਾਥ ਹੋਰ ਹੁੰਦਾ ਆ, ਪਰ ਕਹਿ ਸਕਦੇ ਹਾਂ ਕਿ ਅੱਜ ਬਾਬਾ ਜੀ ਬੇਸ਼ੱਕ ਇੱਕ ਵੇਲਾ ਇਹੋ ਜਿਹਾ ਸੀਗਾ ਕਿ ਜਦੋਂ ਉਹ ਕਹਿੰਦੇ ਆ ਕਿ ਆਵਾਜ਼ ਖਰਾਬ ਹੋ ਗਈ ਸੀ, ਮੈਂ ਛੱਡਤਾ ਸੀਗਾ, ਪਰ ਕਹਿੰਦੇ ਨੇ ਕਿ ਗਾਇਕ ਦੇ ਸੁਰ ਜਿਹੜੇ ਆ ਕਦੇ ਦਬਾਏ ਨਹੀਂ ਜਾ ਸਕਦੇ, ਕਦੇ ਚੁਰਾਏ ਨਹੀਂ ਜਾ ਸਕਦੇਗੇ। ਸੁਰ ਜਿਹੜੇ ਆ ਉਹ ਫੇਰ ਉੱਭਰ ਕੇ ਸਾਹਮਣੇ ਆਏ ਆ, ਤਾਂ ਬਾਬਾ ਜੀ ਇਸ ਪਿੰਡ ਦੇ ਵਿੱਚ ਬੈਠੇ ਆ, ਸਰੰਗੀ ਦੇ ਸਾਜ਼ ਛੇੜ ਲੈਂਦੇ ਆ ਜਦੋਂ ਕਿਤੇ ਉਹਨਾਂ ਨੂੰ ਵਿਹਲਾ ਵਕਤ ਮਿਲਦਾ ਆ। ਕਹਿਣਾ ਤਾਂ ਮੈਂ ਇਹੀ ਚਾਹੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਜਦੋਂ ਔਨ 에ਅਰ ਦੇ ਜ਼ਰੀਏ ਤੁਸੀਂ ਇਹ ਪ੍ਰੋਗਰਾਮ ਦੇਖੋਗੇ ਤਾਂ ਮੈਂ ਬਾਬਾ ਜੀ ਬਾਰੇ ਇਹ ਕਹਿਣਾ ਚਾਹੂੰਗਾ ਕਿ ਬਹੁਤ ਸ਼ੌਕੀਨ ਬੈਠੇ ਆ, ਬਹੁਤ ਕੁਛ ਇਹੋ ਜਿਹੇ ਸੱਜਣ ਮਿੱਤਰ ਬੈਠੇ ਆ ਜਿਨ੍ਹਾਂ ਦੇ ਮਨਾਂ ਦੇ ਵਿੱਚ ਹਜੇ ਵੀ ਕਿਤੇ ਇਹ ਗੱਲ ਹੁੰਦੀ ਹੈ ਕਿ ਕਾਸ਼ ਸਾਡੇ ਉਹ ਗਮੰਤਰੀ ਆ ਜਿਹੜੇ ਕਿਤੇ ਉਹਨਾਂ ਦੇ ਨਾਲ ਖੜੀਏ, ਆ ਕੇ ਕਿਤੇ ਉਹਨਾਂ ਦੇ ਨਾਲ ਸਾਂਝ ਪਾਈਏ, ਕਿਤੇ ਉਹਨਾਂ ਨੂੰ ਸੁਣੀਏ, ਤੇ ਫਿਰ ਆਓ ਨਾ ਰਲ ਮਿਲ ਕੇ ਆਪਾਂ ਉਪਰਾਲਾ ਕਰੀਏ, ਇਸ ਤਰੀਕੇ ਜਿਹੜੇ ਸਾਡੇ ਗਮੰਤਰੀ ਆ ਉਹਨਾਂ ਨੂੰ ਸਾਂਭੀਏ, ਕਿਤੇ ਉਹਨਾਂ ਦੀ ਇਸ ਵੇਲੇ ਹੁਣ ਬਾਬਾ ਜੀ ਦੀ ਗੱਲ ਕਰੀਏ ਕਿ ਉਮਰਾਂ ਦੇ ਉਸ ਦੌਰ ਦੇ ਵਿੱਚ ਆ, ਤੇ ਕਿਉਂ ਨਾ ਕੁਛ ਹੱਥ ਅੱਗੇ ਵੱਧ ਕੇ ਆਉਣ ਤੇ ਬਾਬਾ ਜੀ ਦੀ ਮਦਦ ਵੀ ਕੀਤੀ ਜਾਵੇ। ਸਾਰੀ ਉਮਰ ਬਹੁਤ ਕੁਛ ਉਹਨਾਂ ਨੇ ਮਿਹਨਤ ਕੀਤੀ ਹੈ, ਟੱਬਰ ਪਾਲਿਆ, ਪਰ ਅੱਜ ਜ਼ਰੂਰੀ ਆ। ਤੇ ਮੈਂ ਬਾਬਾ ਜੀ ਨੂੰ ਇਹ ਵੀ ਕਹੂੰਗਾ ਕਿ ਬਾਬਾ ਜੀ ਆਪਦਾ ਨੰਬਰ ਜੇ ਤੁਹਾਨੂੰ ਚੇਤੇ ਆ ਤਾਂ ਜ਼ਰੂਰ ਬੋਲ ਦਿਓ।
ਹਾਂਜੀ 98799 69551। ਸੋ ਬਾਬਾ ਜੀ ਨੇ ਆਪਣਾ ਨੰਬਰ ਦੱਸ ਦਿੱਤਾ, ਪਰ ਮੈਂ ਤਾਂ ਫਿਰ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਕਿ ਜੇ ਤੁਹਾਨੂੰ ਲੱਗਦਾ ਹੋਇਆ ਕਿ ਜ਼ਰੂਰ ਇਹ ਸਾਡਾ ਵਿਰਸਾ ਕਿਤੇ ਗਵਾਚੇ ਨਾ, ਆਓ ਇਹਨਾਂ ਨੂੰ ਸਾਂਭ ਲਈਏ, ਜਿਹੜੇ ਬਿਲਕੁਲ ਸਾਨੂੰ ਸਾਰੀ ਉਮਰ ਜਿਹੜੇ ਆਸੁਰਾਂ ਦੇ ਨਾਲ ਸਾਨੂੰ ਖੇੜਾ ਲਿਆਉਂਦੇ ਰਹੇ ਆ, ਸਾਡੇ ਰੂਹ ਨੂੰ, ਸਾਡੇ ਜਿਹੜੇ ਮਨ ਨੂੰ ਜਿਹੜਾ ਸਕੂਨ ਆ ਉਹ ਪਹੁੰਚਾਉਂਦੇ ਰਹੇ ਆ। ਇਹਨਾਂ ਦੀ ਮਦਦ ਲਈ ਅਸੀਂ ਅੱਗੇ ਆ ਸਕੀਏ। ਸੋ ਕਿਸ ਤਰੀਕੇ ਲੱਗਿਆ ਤੁਹਾਨੂੰ ਇਹ ਔਨ 에ਅਰ ਦਾ ਪ੍ਰੋਗਰਾਮ, ਇਸ ਬਾਰੇ ਤੁਸੀਂ ਜ਼ਰੂਰ ਦੱਸਣਾ। ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਸੱਭਿਆਚਾਰ ਵਿਰਸੇ ਦੀ ਗੱਲ ਵੀ ਤੁਹਾਡੇ ਨਾਲ ਕਰਦੇ ਰਹੀਏ, ਇਸ ਨੂੰ ਅੱਗੇ ਲਿਆਉਂਦੇ ਰਹੀਏ, ਤਾਂ ਗੱਲਬਾਤ ਕਰਦੇ ਰਹਾਂਗੇ। ਕਿੱਦਾਂ ਦਾ ਲੱਗਿਆ ਪ੍ਰੋਗਰਾਮ, ਇਸ ਬਾਰੇ ਜ਼ਰੂਰ ਦੱਸਿਓ। ਸੋ ਇੱਥੇ ਹੀ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਚਾਹੁੰਦਾ। ਕੈਮਰਾ ਪਰਸਨ ਗਗਨਦੀਪ ਦੇ ਨਾਲ ਕਮਲਜੀਤ ਸਿੱਧੂ, ਔਨ 에ਅਰ।